आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 298। संत गरीबदास जी महाराज दी बाणी सत ग्रंथ साहिब पन्ना नंबर 690 तो लिया गया। माया आदि निरंजन पाई अपने जाय आपै खाई, ब्रह्मा विष्णु महेश्वर चेला ओम सो का है खेला। सिखर सुन मैं धर्म अन्यायी, जिन शक्ति डायन महल पठाई। लाख ग्रास नित उठ दूती, माया आदि तखत की कुत्ती। सवा लाख कड़िए नित पांडे, हंसा उत्पत्ति परलय डांडे। ये तीनों चेला बटपारी, सिरजे पुरुषा सिरजी नारी। खोखापुर में जीव पुलाए, सवपन बहसत वैकुंठ बनाए। यो हर्ट का कुआ लोई, या गल बंदा है शब कोई। कीड़ी कुंजर और अवतारा, हर्ट डोरी बंदे कई 12। अरब अलील इंद्र है पाई, हर्ट डोरी बंदे सब आई। शेष महेश गणेश्वर ताही, हर्ट डोरी बंदे सब आहे। शुक्रादिक ब्रह्मादिक देवा, हर्ट डोरी बंदे सब खेवा। कोटिक करता फिरता देखिया, हर्ट डोरी कहून सुन लेखा। चतुर्पूजी भगवान कहावै, हर्ट डोरी बंदे सब आवे। यो है खोखापुर का कुआ, या मैं पड़ा सो निश्चय मुवा। ज्योति निरंजन यानी काल बली दे वश होके ਇਹ ਤਿੰਨੋਂ ਦੇਵਤਾ ਯਾਨੀ ਰਜਗੁਣ ਬ੍ਰਹਮਾ, ਸਤਗੁਣ ਵਿਸ਼ਨੂੰ, ਤਮਗੁਣ ਸ਼ਿਵ ਆਪਣੀ ਮਹਿਮਾ ਦਿਖਾ ਕੇ ਜੀਵਾਂ ਨੂੰ ਸਵਰਗ ਨਰਕ ਅਤੇ ਭਵਸਾਗਰ ਵਿੱਚ ਲੱਖ 84 ਜ਼ੂਨੀਆਂ ਵਿੱਚ ਭਟਕਾਉਂਦੇ ਰਹਿੰਦੇ ਹਨ। ਜੋਤੀ ਨਿਰੰਜਨ ਆਪਣੀ ਮਾਇਆ ਤੋਂ ਨਾਗਿਨੀ ਦੀ ਤਰ੍ਹਾਂ ਜੀਵਾਂ ਨੂੰ ਪੈਦਾ ਕਰਦਾ ਹੈ ਅਤੇ ਫਿਰ ਮਾਰ ਦਿੰਦਾ ਹੈ। ਜਿਸ ਪ੍ਰਕਾਰ ਉਸ ਨੂੰ ਨਾਗਿਨੀ ਖਾ ਜਾਂਦੀ ਹੈ। ਫਨ ਮਾਰਦੇ ਸਮੇਂ ਕਈ ਅੰਡੇ ਫੁੱਟ ਜਾਂਦੇ ਹਨ, ਕਿਉਂਕਿ ਨਾਗਿਨੀ ਦੇ ਕਾਫੀ ਅੰਡੇ ਹੁੰਦੇ ਹਨ। ਜੋ ਅੰਡੇ ਫੁੱਟਦੇ ਹਨ ਉਹਨਾਂ ਵਿੱਚੋਂ ਬੱਚੇ ਨਿਕਲਦੇ ਹਨ। ਜੇਕਰ ਕੋਈ ਬੱਚਾ ਨਾਗਿਨੀ ਆਪਣੀ ਦੁਮ ਤੋਂ ਅੰਡਿਆਂ ਦੇ ਚਾਰੋਂ ਤਰਫ ਕੁੰਡਲੀ ਬਣਾਉਂਦੀ ਹੈ, ਫਿਰ ਉਹਨਾਂ ਅੰਡਿਆਂ ਉੱਤੇ ਫਨ ਮਾਰਦੀ ਹੈ। ਜਿਸ ਤੋਂ ਅੰਡਾ ਫੁੱਟ ਜਾਂਦਾ ਹੈ ਉਸ ਵਿੱਚੋਂ ਬੱਚਾ ਨਿਕਲ ਜਾਂਦਾ ਹੈ। ਕੁੰਡਲੀ ਯਾਨੀ ਸ਼ਰਪਨੀ ਦੀ ਪੂਛ ਦਾ ਘੇਰਾ ਤੋਂ ਬਾਹਰ ਨਿਕਲ ਜਾਂਦਾ ਹੈ ਤਾਂ ਉਹ ਬੱਚਾ ਬਚ ਜਾਂਦਾ ਹੈ, ਨਹੀਂ ਤਾਂ ਕੁੰਡਲੀ ਵਿੱਚ ਉਹ ਨਾਗਿਨੀ ਛੱਡਦੀ ਨਹੀਂ। ਜਿੰਨੇ ਬੱਚੇ ਉਸ ਕੁੰਡਲੀ ਦੇ ਅੰਦਰ ਹੁੰਦੇ ਹਨ ਉਹਨਾਂ ਸਭ ਨੂੰ ਖਾ ਜਾਂਦੀ ਹੈ। माया काली नागनी आपने जाये खात, कुंडली में छोड़े नहीं 100 बातों की बात। इस प्रकार एक काल बली दा जाल है। निरंजन तक दी भगती पूरे संत तो नाम लैके करांगे तां भी इस निरंजन दी कुंडली यानी 21 ब्रह्मंडां तो बाहर नहीं निकल सकते। खुद ब्रह्मा विष्णु महेश आदि माया शेरां वाली भी निरंजन दी कुंडली विच हन। ਇਹ ਵਿਚਾਰੇ ਅਵਤਾਰ ਧਾਰ ਕੇ ਆਉਂਦੇ ਹਨ ਅਤੇ ਜਨਮ ਮ੍ਰਿਤਯੂ ਦਾ ਚੱਕਰ ਕੱਟਦੇ ਰਹਿੰਦੇ ਹੈ। ਇਸ ਲਈ ਵਿਚਾਰ ਕਰੋ ਸੋ ਜਾਪ ਜੋ ਕਿ ਧਰੁਵ ਅਤੇ ਪ੍ਰਹਿਲਾਦ ਸੁਖਦੇਵ ਰਿਸ਼ੀ ਨੇ ਜਪਿਆ ਉਹ ਵੀ ਪਾਰ ਨਹੀਂ ਹੋਏ, ਕਿਉਂਕਿ ਸ੍ਰੀ ਵਿਸ਼ਨੂੰ ਪੁਰਾਣ ਦੇ ਪ੍ਰਥਮ ਅੰਸ਼ ਦੇ ਅਧਿਆਇ 12 ਦੇ ਸ਼ਲੋਕ 93 ਵਿੱਚ ਪੰਨਾ ਨੰਬਰ 51 ਉੱਤੇ ਲਿਖਿਆ ਹੈ ਕਿ ਧਰੁਵ ਕੇਵਲ ਇੱਕ ਕਲਪ ਅਰਥਾਤ 1000 ਚਤੁਰਯੁਗ ਤੱਕ ਹੀ ਮੁਕਤ ਹੈ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 299। इस लई काल लोक विच ही रहे ते ओम नमः भगवते वासुदेवा मंत्र जाप करने वाले भगत भी कृष्ण तक दी भगती कर रहे ਹਨ। ਉਹ ਵੀ 84 ਲੱਖ ਜ਼ੂਨੀਆਂ ਦੇ ਚੱਕਰ ਕੱਟਣ ਤੋਂ ਬਚ ਸਕਦੇ। ਇਹ ਪਰਮ ਪੂਜੈ ਕਬੀਰ ਸਾਹਿਬ ਜੀ ਅਤੇ ਆਦਰਣੀਏ ਗਰੀਬਦਾਸ ਜੀ ਮਹਾਰਾਜ ਦੀ ਬਾਣੀ ਪ੍ਰਤੱਖ ਪ੍ਰਮਾਣ ਦਿੰਦੀ ਹੈ। ਅਨੰਤ ਕੋਟਿ ਅਵਤਾਰ ਹੈ ਮਾਇਆ ਕੇ ਗੋਵਿੰਦ, ਕਰਤਾ ਹੋ ਅਵਤਰੇ ਬੌਰ ਪੜੇ ਜਗ ਫੰਡ। ਸਤਪੁਰਸ਼ ਕਬੀਰ ਸਾਹਿਬ ਜੀ ਦੀ ਭਗਤੀ ਤੋਂ ਹੀ ਜੀਵ ਮੁਕਤ ਹੋ ਸਕਦਾ ਹੈ। ਜਦੋਂ ਤੱਕ ਜੀਵ ਸਤਲੋਕ ਵਿੱਚ ਨਹੀਂ ਚਲਾ ਜਾਏਗਾ ਉਦੋਂ ਤੱਕ ਕਾਲ ਲੋਕ ਵਿੱਚ ਇਸ ਹੀ ਤਰ੍ਹਾਂ ਕਰਮ ਕਰੇਗਾ ਅਤੇ ਕੀਤੀ ਹੋਈ ਨਾਮ ਅਤੇ ਦਾਨ ਧਰਮ ਦੀ ਕਮਾਈ ਸਵਰਗ ਰੂਪੀ ਹੋਟਲਾਂ ਵਿੱਚ ਸਮਾਪਤ ਕਰਕੇ ਵਾਪਿਸ ਕਰਮ ਆਧਾਰ ਤੋਂ 84 ਲੱਖ ਪ੍ਰਕਾਰ ਦੇ ਪ੍ਰਾਣੀਆਂ ਦੇ ਸਰੀਰ ਵਿੱਚ ਕਸ਼ਟ ਸਹਿਣ ਵਾਲੇ ਕਾਲ ਲੋਕ ਵਿੱਚ ਚੱਕਰ ਕੱਟਦਾ ਰਹੇਗਾ। ਮਾਇਆ ਯਾਨੀ ਦੁਰਗਾ ਤੋਂ ਉਤਪੰਨ ਹੋ ਕੇ ਕਰੋੜਾਂ ਗੋਬਿੰਦ ਯਾਨੀ ਬ੍ਰਹਮਾ ਵਿਸ਼ਨੂੰ ਸ਼ਿਵ ਮਰ ਚੁੱਕੇ ਹਨ, ਭਗਵਾਨ ਦਾ ਅਵਤਾਰ ਬਣ ਕੇ ਆਏ ਸਨ। ਫਿਰ ਕਰਮ ਬੰਧਨ ਵਿੱਚ ਬੰਧ ਕੇ ਕਰਮਾਂ ਨੂੰ ਭੋਗ ਕੇ 84 ਲੱਖ ਯੂਨੀਆਂ ਵਿੱਚ ਚਲੇ ਗਏ। ਜਿਵੇਂ ਭਗਵਾਨ ਵਿਸ਼ਨੂੰ ਜੀ ਨੂੰ ਦੇਵ ਰਿਸ਼ੀ ਨਾਰਦ ਦਾ ਸ਼ਰਾਪ ਲੱਗਿਆ, ਉਹ ਸ਼੍ਰੀ ਰਾਮਚੰਦਰ ਰੂਪ ਵਿੱਚ ਅਯੋਧਿਆ ਵਿੱਚ ਆਏ। ਫਿਰ ਸ਼੍ਰੀ ਰਾਮ ਜੀ ਰੂਪ ਵਿੱਚ ਬਾਲੀ ਦਾ ਵੱਧ ਕੀਤਾ ਸੀ। ਉਸ ਕਰਮ ਦਾ ਦੰਡ ਭੋਗਣ ਦੇ ਲਈ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ। ਫਿਰ ਬਾਲੀ ਵਾਲੀ ਆਤਮਾ ਸ਼ਿਕਾਰੀ ਬਣਿਆ ਅਤੇ ਆਪਣਾ ਪ੍ਰਤੀਸ਼ੋਧ ਲਿਆ। ਸ਼੍ਰੀ ਕ੍ਰਿਸ਼ਨ ਜੀ ਦੇ ਪੈਰ ਵਿੱਚ ਵਿਸ਼ਯੁਕਤ ਤੀਰ ਮਾਰ ਕੇ ਵੱਧ ਕੀਤਾ। ਮਹਾਰਾਜ ਗਰੀਬਦਾਸ ਜੀ ਆਪਣੀ ਬਾਣੀ ਵਿੱਚ ਕਹਿੰਦੇ ਹਨ, ब्रह्मा विष्णु महेश्वर माया और धर्मराय कहिए
इन पांचों मिल परपंच बनाया वाणी हमरी लहिए। इन पांचों मिल जीव अटकाये जुगन जुगन हम आन छुटाये। बंदी छोड़ हमारा नामम अजर अमर है अस्थिर ठामम। पीर पैगंबर कुतुब औलिया सुर नर मुनिजन ज्ञानी। येता को तो राह ना पाया जम के बंदे प्राणी। तरमराये की तूमा तामी जम पर जंग चलाऊ। जौरा को तो जान ना दूगान बंद अदल कर लियाऊ। काल अकाल दोहू को मोसून महाकाल सिर मूंडू। मैं तो तखत हजूरी हुक्मी चोर खोज को टूंडू। मूला माया मग मैं बैठी हंसा चुन चुन खाई। जयोति स्वरूपी पया निरंजन मैं ही करता पाई। सहंस 88 दवीप मुनीश्वर बंदे मुल्ला डोरी। एतियान मैं जम का तलबाना चलिए पुरुष किशोरी। मुला का तो माथा दागू सतकी मोर करूंगा। पुरुष दीप को हंस चलाऊ डरा ना रोकन दूंगा। हम तो बंदी छोड़ कहावा तरमराये है चकवे। सतलोक की सकल सुनावान बाणी हमरी अखवे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 300। काल लोक विच जन्म मरण रूपी हरट चक्कर दा चित्तर दिता होया है, जिसनू तुसी किताब जीने की राह विच देख सकते हो। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 301। 9 लाख पटन ऊपर खेलू साहदरे को रोकून। 12 कोटि कटक सब कार्टून हंस पठाओ मोखू। 14 पूवन गमन है मेरा जल थल मैं सरबंगी। खालिक खलक खलक मैं खालिक अविगत अचल अपंगी। अगर अलील चक्कर है मेरा जित से हम चालाए। पंचों पर परवाना मेरा बंद छुटावन ताये। जहाँ ओमकार निरंजन नाही ब्रह्मा विष्णु वेद नहीं जाही। जहाँ करता नहीं जान भगवाना काया माया पिंड ना प्राणा। 5 तत्व तीनों गुण नाही जौरा काल उस दीप नहीं जानही। अमर करूं सतलोक पठानू ताते बंदी छोड़ कहाऊ। कबीर परमेश्वर यानी कबीरदेव दी महिमा जिताउंदे होए आदरणीय गरीबदास साहिब जी कह रहे हन कि साडे प्रभु कबीर यानी कबीरदेव बंदी छोड़ हन। बंदी छोड़ दा भावर्थ है काल दी कारागार तो छड्डवाउण वाला। काल ब्रह्म दे 21 ब्रह्मंडा विच सर्व प्राणी पापां दे कारण काल दे बंदी हन। पूर्ण परमात्मा कबीरदेव यानी कबीर साहिब पाप दा विनाश कर दिंदा है। पापां दा विनाश ना ब्रह्म ना परब्रह्म ना ही ब्रह्मा ना विष्णु ना शिव जी कर सकते हन। केवल जैसा कर्म है उसदा वैसा ही फल दे दिंदे हन। इस लई यजुर्वेद अध्याय 5 दे मंत्र 32 विच लिखिया है, कबीर अंगारिर से कबीरदेव पापां दा शत्रु है। बंपारिर से बंतना दा शत्रु अर्थात बंदी छोड़ है। इन्हां पंजां यानी ब्रह्मा विष्णु शिव माया अते धर्मराये तो उपर सतपुरुष परमात्मा यानी कबीरदेव है, जो सतलोक दा मालिक है। शेष सर्व पर ब्रह्म अते ब्रह्मा विष्णु शिव जी अते आदि माया नाशवान परमात्मा हन। महांपर लह विच ये सब अते इन्हां दे लोक समाप्त हो जाणगे। आम जीव तो कई हजार गुणा ज्यादा लंबी इन्हां दी उम्र है, परंतु जो समय निर्धारित है वो एक दिन पूरा जरूर होएगा। आदरणीय गरीबदास जी महाराज कहते हन, शिव ब्रह्मा का राज इंदर गिनती कहाँ। 4 मुक्ति वैकुंठ समझ येता लहमा। संख जुगन की जूनी उमर बढ़ तरिया। जा जननी कुर्बान सु कागज पारिया। येती उमर बुलंद मरेगा अंतरे। सतगुरु लगे ना कान ना पेंटे संतरे। चाहे संख युग दी लंबी उमर भी क्यों ना होवे, ओ एक दिन जरूर समाप्त होएगी। जेकर सतपुरुष परमात्मा कबीरदेव यानी कबीर साहिब दे नुमाइंदे पूर्ण संत यानी सतगुरु जो 3 नाम मंत्र यानी जिस विच कोम अते तत् जोड़ दा निशान 7 संकेतिक हन दिंदा है अते उसनू पूर्ण संत द्वारा नाम दान करन आदेश है। उस तो उपदेश लैके नाम दी कमाई करांगे ता असी सतलोक दे अधिकारी हंस हो सकते हां। सत साधना बिना बहुत लंबी उम्र कोई कम नहीं आएगी, क्योंकि निरंजन लोक विच दुख ही दुख है। कबीर जीवन तो थोड़ा ही पला जे सत सुमरन होए। लाख वर्ष का जीवना लेखे तरह ना कोई। कबीर साहिब अपनी यानी पूर्ण ब्रह्म दी जानकारी स्वयं दसदे हन कि इन्हां परमात्मावान तो उपर असंख पूजावां दा परमात्मा सतपुरुष है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 302, जो सतलोक यानी सच्चखंड यानी सत्ताम विच रहंदा है अते उस दे अंतर्गत सर्वलोक ब्रह्म यानी काल दे 21 ब्रह्मंड अते ब्रह्मा विष्णु शिव शक्ति दे लोक
ਅਤੇ ਪਰਬ੍ਰਹਮ ਦੇ 7 ਸ਼ੰਖ ਬ੍ਰਹਿਮੰਡ ਅਤੇ ਹੋਰ ਸਰਵ ਬ੍ਰਹਿਮੰਡ ਆਉਂਦੇ ਹਨ ਅਤੇ ਉੱਥੇ ਸਤਨਾਮ ਸਾਰਨਾਮ ਦੇ ਜਾਪ ਦੁਆਰਾ ਜਾਇਆ ਜਾਏਗਾ, ਜੋ ਪੂਰੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਸੱਚਖੰਡ ਯਾਨੀ ਸਤਲੋਕ ਵਿੱਚ ਜੋ ਆਤਮਾ ਚਲੀ ਜਾਂਦੀ ਹੈ, ਉਸ ਦਾ ਪੁਨਰ ਜਨਮ ਨਹੀਂ ਹੁੰਦਾ। ਸਤਪੁਰਸ਼ ਯਾਨੀ ਪੂਰਨ ਬ੍ਰਹਮ ਕਬੀਰ ਸਾਹਿਬ ਯਾਨੀ ਕਬੀਰਦੇਵ ਹੀ ਹੋਰ ਲੋਕਾਂ ਵਿੱਚ ਸਵੈ ਹੀ ਭਿੰਨ ਨਾਵਾਂ ਨਾਲ ਵਿਰਾਜਮਾਨ ਹੈ। ਜਿਵੇਂ ਅਲਖ ਲੋਕ ਵਿੱਚ ਅਲਖ ਪੁਰਸ਼, ਅਗਮ ਲੋਕ ਵਿੱਚ ਅਗਮ ਪੁਰਸ਼ ਅਤੇ ਅਨਾਮੀ ਲੋਕ ਵਿੱਚ ਅਨਾਮੀ ਪੁਰਸ਼ ਰੂਪ ਵਿੱਚ ਵਿਰਾਜਮਾਨ ਹਨ। ਇਹ ਤਾਂ ਉਪਮਾਤਮਿਕ ਨਾਮ ਹਨ, ਪਰੰਤੂ ਅਸਲ ਨਾਮ ਉਸ ਪੂਰਨ ਪੁਰਸ਼ ਦਾ ਕਬੀਰਦੇਵ ਭਾਸ਼ਾ ਭਿੰਨ ਹੋ ਕੇ ਕਬੀਰ ਸਾਹਿਬ ਹੈ। ਆਦਰਨੀਏ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਸ੍ਰਿਸ਼ਟੀ ਰਚਨਾ ਦਾ ਸੰਕੇਤ। ਸ੍ਰੀ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਮਹਿਲਾ 1 ਰਾਗ ਬਿਲਾਵਲ ਅੰਸ਼ 1 ਯਾਨੀ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 839। ਆਪੇ ਸਾਚੂ ਕੀਆ ਕਰ ਜੋੜੇ, ਅੰਡਜ ਫੋੜੇ ਜੋੜੇ ਵਿਛੋੜ, ਧਰਤੀ ਆਕਾਸ਼ ਕੀਏ ਬੈਸਣ ਕੋ ਥਾਓ, ਰਾਤ ਦਿਨੰਤੂ ਕੀਏ ਪਾਓ ਪਾਓ, ਜਿਨ ਕੀਏ ਕਰ ਵੇਖਣ ਹਾਰਾ, ਤਿਰਤੀਆ ਬ੍ਰਹਮਾ ਬਿਸਨੂ ਮਹੇਸਾ, ਦੇਵੀ ਦੇਵ ਉਪਾਏ ਵੇਸਾ, ਪੌਣ ਪਾਣੀ ਅਗਨੀ ਬਿਸਰਾਓ, ਤਾਹੀ ਨਿਰੰਜਨ ਸਾਚੋ ਨਾਉ, ਤਿਸ ਮਹਿ ਮਨੁਆਰਿਆ ਲਿਵਲਾਈ, ਪ੍ਰਣਵ ਅਤੇ ਨਾਨਕ ਕਾਲ ਨਾ ਖਾਈ। ਉਪਰੋਕਤ ਅੰਮ੍ਰਿਤ ਬਾਣੀ ਦਾ ਭਾਵ-ਅਰਥ ਹੈ ਕਿ ਸੱਚੇ ਪਰਮਾਤਮਾ ਯਾਨੀ ਸਤਪੁਰਸ਼ ਨੇ ਸਵੈ ਹੀ ਆਪਣੇ ਹੱਥਾਂ ਨਾਲ ਸਰਵ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਉਸ ਨੇ ਅੰਡਾ ਬਣਾਇਆ, ਫਿਰ ਤੋੜਿਆ ਤੇ ਉਸ ਵਿੱਚੋਂ ਜੋਤੀ ਨਿਰੰਜਨ ਨਿਕਲਿਆ। ਉਸ ਹੀ ਪੂਰਨ ਪਰਮਾਤਮਾ ਨੇ ਸਭ ਪ੍ਰਾਣੀਆਂ ਦੇ ਰਹਿਣ ਲਈ ਧਰਤੀ, ਆਕਾਸ਼, ਪਵਨ, ਪਾਣੀ ਆਦਿ 5 ਤੱਤ ਰਚੇ। ਆਪਣੇ ਦੁਆਰਾ ਰਚੀ ਸ੍ਰਿਸ਼ਟੀ ਦਾ ਸਵੈ ਹੀ ਸਾਖੀ ਹੈ, ਦੂਸਰਾ ਕੋਈ ਵੀ ਸਹੀ ਜਾਣਕਾਰੀ ਨਹੀਂ ਦੇ ਸਕਦਾ। ਫਿਰ ਅੰਡੇ ਟੁੱਟਣ ਤੇ ਨਿਕਲੇ ਨਿਰੰਜਨ ਦੇ ਬਾਅਦ ਤਿੰਨੋਂ ਸ਼੍ਰੀ ਬ੍ਰਹਮਾ ਜੀ, ਸ਼੍ਰੀ ਵਿਸ਼ਨੂੰ ਜੀ, ਸ਼੍ਰੀ ਸ਼ਿਵ ਜੀ ਦੀ ਉਤਪੱਤੀ ਹੋਈ ਅਤੇ ਹੋਰ ਦੇਵੀ ਦੇਵਤਾ ਉਤਪੰਨ ਹੋਏ ਅਤੇ ਅਣਗਿਣਤ ਜੀਵਾਂ ਦੀ ਉਤਪੱਤੀ ਹੋਈ। ਉਸ ਦੇ ਬਾਅਦ ਹੋਰ ਦੇਵਾਂ ਦੇ ਜੀਵਨ ਚਰਿੱਤਰ ਅਤੇ ਹੋਰ ਰਿਸ਼ੀਆਂ ਦੇ ਅਨੁਭਵ ਦੇ 6 ਸ਼ਾਸਤਰ ਅਤੇ 18 ਪੁਰਾਣ ਬਣ ਗਏ। ਪੂਰਨ ਪਰਮਾਤਮਾ ਦੇ ਸੱਚੇ ਗਿਆਨ ਨਾਮ ਯਾਨੀ ਸਤਨਾਮ ਦੀ ਸਾਧਨਾ ਅਨੰਨੇ ਮਨ ਨਾਲ ਕਰਨ ਤੋਂ ਗੁਰ ਮਰਿਆਦਾ ਵਿੱਚ ਰਹਿਣ ਵਾਲੇ ਯਾਨੀ ਪ੍ਰਣਵਿਤ ਨੂੰ ਸ੍ਰੀ ਨਾਨਕ ਜੀ ਕਹਿ ਰਹੇ ਹਨ ਕਿ ਕਾਲ ਨਹੀਂ ਖਾਂਦਾ। ਰਾਗ ਮਾਰੂ ਅੰਸ਼ ਅੰਮ੍ਰਿਤ ਬਾਣੀ ਮਹਿਲਾ 1 ਯਾਨੀ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 1037। ਸੁਨੋ ਬ੍ਰਹਮਾ ਬਿਸਨੂ ਮਹੇਸਾ ਉਪਾਏ, ਸੁਨੇ ਵਰਤੇ ਜੁਗ ਸਬਾਏ, ਇਸ ਪਦ ਵਿਚਾਰੇ ਸੋ ਜਨ ਪੂਰਾ, ਤਿਸ ਮਿਲੀਏ ਭਰਮੁ ਚੁਕਾਇਦਾ, ਸਾਮ ਵੇਦ ਰਗੁ ਜੁਜਰ ਅਥਰਬਣੁ, ਬ੍ਰਹਮੈ ਮੁਖ ਮਾਇਆ ਹੈ ਤ੍ਰੈ ਗੁਣ, ਤਾਂ ਕੀ ਕੀਮਤ ਕਹਿ ਨਾ ਸਕੈ, ਉਹ ਤਿਉ ਬੋਲੇ ਜਿਉ ਬੁਲਾਇਦਾ। ਉਪਰੋਕਤ ਅੰਮ੍ਰਿਤ ਬਾਣੀ ਦਾ ਸਾਰੰਸ਼ ਹੈ ਕਿ ਜੋ ਸੰਤ ਪੂਰਨ ਸ੍ਰਿਸ਼ਟੀ ਰਚਨਾ ਸੁਣਾ ਦਵੇਗਾ ਅਤੇ ਦੱਸੇਗਾ ਕਿ ਅੰਡੇ ਦੇ 2 ਭਾਗ ਹੋ ਕੇ ਕੌਣ ਨਿਕਲਿਆ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 303, ਜਿਸ ਨੇ ਫਿਰ ਬ੍ਰਹਮ ਲੋਕ ਦੀ ਸੁੰਨ ਵਿੱਚ ਅਰਥਾਤ ਗੁਪਤ ਸਥਾਨ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਦੀ ਉਤਪੱਤੀ ਕੀਤੀ ਅਤੇ ਉਹ ਪਰਮਾਤਮਾ ਕੌਣ ਹੈ, ਜਿਸ ਨੇ ਬ੍ਰਹਮ ਯਾਨੀ ਕਾਲ ਦੇ ਮੁਖ ਤੋਂ ਚਾਰੋਂ ਵੇਦਾਂ ਯਾਨੀ ਪਵਿੱਤਰ ਰਿਗਵੇਦ, ਪਵਿੱਤਰ ਯਜੁਰਵੇਦ, ਸਾਮਵੇਦ, ਅਥਰਵਵੇਦ ਨੂੰ ਉਚਾਰਨ ਕਰਵਾਇਆ। ਉਹ ਪੂਰਨ ਪਰਮਾਤਮਾ ਜੈਸਾ ਚਾਹੇ ਵੈਸਾ ਹੀ ਪ੍ਰਤੇਕ ਪ੍ਰਾਣੀ ਤੋਂ ਬਲਵਾਉਂਦਾ ਹੈ। ਇਸ ਸਰਵ ਗਿਆਨ ਨੂੰ ਪੂਰਨ ਦੱਸਣ ਵਾਲਾ ਸੰਤ ਮਿਲ ਜਾਏ ਤਾਂ ਉਸ ਦੇ ਕੋਲ ਜਾਓ ਅਤੇ ਸਰਵ ਸ਼ੰਕਾਵਾਂ ਦਾ ਪੂਰਨ ਨਿਵਾਰਨ ਕਰਦਾ ਹੈ। ਉਹ ਪੂਰਨ ਸੰਤ ਅਰਥਾਤ ਤੱਤਵਦਰਸ਼ੀ ਸੰਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 929 ਅੰਮ੍ਰਿਤ ਬਾਣੀ ਸ਼੍ਰੀ ਨਾਨਕ ਸਾਹਿਬ ਜੀ ਦੀ ਰਾਗ ਰਾਮਕਲੀ ਮਹੱਲਾ 1 ਦੱਖਣੀ ਓੰਕਾਰੇ, ਓੰਕਾਰੇ ਬ੍ਰਹਮਾ ਉਤਪਤੇ, ਓੰਕਾਰੇ ਕੀਆ ਜਿਨ ਚਿਤ, ਓੰਕਾਰੇ ਸੈਲ ਜੁਗ ਪਏ, ਓੰਕਾਰੇ ਬੇਦ ਨਿਰਮਏ, ਓੰਕਾਰੇ ਸਬਦੇ ਉਦਰੇ, ਓੰਕਾਰੇ ਗੁਰਮੁਖ ਤਰੇ, ਓਨਮ ਅਖਰ ਸੁਣਹ ਵਿਚਾਰ, ਓਨਮ ਅਖਰ ਤ੍ਰਿਪਵਨਸਾਰ। ਉਪਰੋਕਤ ਅੰਮ੍ਰਿਤ ਬਾਣੀ ਵਿੱਚ ਸ਼੍ਰੀ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਓੰਕਾਰ ਅਰਥਾਤ ਜੋਤੀ ਨਿਰੰਜਨ ਯਾਨੀ ਕਾਲ ਤੋਂ ਬ੍ਰਹਮਾ ਜੀ ਦੀ ਉਤਪੱਤੀ ਹੋਈ। ਕੋਈ ਯੁੱਗਾ ਮਸਤੀ ਮਾਰ ਕੇ ਓੰਕਾਰ ਯਾਨੀ ਬ੍ਰਹਮ ਨੇ ਵੇਦਾਂ ਦੀ ਉਤਪੱਤੀ ਕੀਤੀ ਜੋ ਬ੍ਰਹਮਾ ਜੀ ਨੂੰ ਪ੍ਰਾਪਤ ਹੋਏ। 3 ਲੋਕ ਦੀ ਭਗਤੀ ਦਾ ਕੇਵਲ ਇੱਕ ਓਮ ਮੰਤਰ ਹੀ ਵਾਸਤਵ ਵਿੱਚ ਜਾਪ ਕਰਨ ਦਾ ਹੈ। ਇਸ ਓਮ ਸ਼ਬਦ ਨੂੰ ਪੂਰੇ ਸੰਤ ਤੋਂ ਉਪਦੇਸ਼ ਲੈ ਕੇ ਮੰਤਰ ਜਾਪ ਕਰਨ ਨਾਲ ਉਦਾਰ ਹੁੰਦਾ ਹੈ। ਵਿਸ਼ੇਸ਼ ਸ਼੍ਰੀ ਨਾਨਕ ਸਾਹਿਬ ਜੀ ਨੇ ਤਿੰਨੋਂ ਮੰਤਰ ਯਾਨੀ ਓਮ ਜ਼ਮਾ ਤਤ ਜ਼ਮਾ ਸਤ ਦਾ ਥਾਂ ਥਾਂ ਤੇ ਰਹੱਸਮਈ ਵਰਣਨ ਕੀਤਾ ਹੈ। ਉਸ ਨੂੰ ਕੇਵਲ ਪੂਰਨ ਸੰਤ ਯਾਨੀ ਤੱਤਵਦਰਸ਼ੀ ਸੰਤ ਹੀ ਸਮਝ ਸਕਦਾ ਹੈ ਅਤੇ ਤਿੰਨੋਂ ਮੰਤਰਾਂ ਦੇ ਜਾਪ ਨੂੰ ਉਪਦੇਸ਼ੀ ਨੂੰ ਸਮਝਾਇਆ ਜਾਂਦਾ ਹੈ। ਪੰਨਾ ਨੰਬਰ 1038 ਊਤਮ ਸਤਗੁਰ ਪੁਰਖ ਨਿਰਾਲੇ, ਸਬਦੇ ਰਤੇ ਹਰ ਰਸੇ ਮਤਵਾਲੇ,
ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੇ ਭਾਗੀ ਮਿਲਾਇਦਾ। ਸਤਗੁਰ ਤੇ ਪਾਏ ਵਿਚਾਰਾ ਸੁਨ ਸਮਾਦ ਸਚੇ ਕਰਬਾਰਾ। ਨਾਨਕ ਨਿਰਮਲ ਨਾਦੂ ਸਬਦ ਧੁਨੇ ਸਚੂ ਰਾਮੈ ਨਾਮ ਸਮਾਇਦਾ। ਉਪਰੋਕਤ ਅੰਮ੍ਰਿਤ ਬਾਣੀ ਦਾ ਭਾਵ-ਅਰਥ ਹੈ ਕਿ ਵਾਸਤਵਿਕ ਗਿਆਨ ਦੇਣ ਵਾਲੇ ਸਤਿਗੁਰੂ ਤਾਂ ਨਿਰਾਲੇ ਹੀ ਹਨ। ਉਹ ਕੇਵਲ ਨਾਮ ਜਾਪ ਨੂੰ ਜਪਦੇ ਹਨ, ਹੋਰ ਹਠਯੋਗ ਸਾਧਨਾ ਨਹੀਂ ਦੱਸਦੇ। ਜੇਕਰ ਆਪ ਨੂੰ ਧਨ ਦੌਲਤ ਪਦ ਬੁੱਧੀ ਜਾਂ ਭਗਤੀ ਸ਼ਕਤੀ ਵੀ ਚਾਹੀਏ ਤਾਂ ਉਹ ਭਗਤੀ ਮਾਰਗ ਦਾ ਗਿਆਨ ਪੂਰਨ ਸੰਤ ਹੀ ਪ੍ਰਦਾਨ ਕਰੇਗਾ। ਐਸਾ ਪੂਰਨ ਸੰਤ ਬੜੇ ਭਾਗਾਂ ਨਾਲ ਹੀ ਮਿਲਦਾ ਹੈ। ਉਹ ਪੂਰਨ ਸੰਤ ਵਰਣਨ ਦੱਸੇਗਾ ਕਿ ਉੱਪਰ ਸੁਨ ਯਾਨੀ ਆਕਾਸ਼ ਵਿੱਚ ਆਪਣਾ ਵਾਸਤਵਿਕ ਘਰ ਯਾਨੀ ਸਤਲੋਕ ਪਰਮੇਸ਼ਵਰ ਨੇ ਰਚ ਰੱਖਿਆ ਹੈ। ਉਸ ਵਿੱਚ ਇੱਕ ਵਾਸਤਵਿਕ ਸਾਰਨਾਮ ਦੀ ਧੁਨ ਯਾਨੀ ਆਵਾਜ਼ ਹੋ ਰਹੀ ਹੈ। ਉਸ ਆਨੰਦ ਵਿੱਚ ਅਵਿਨਾਸ਼ੀ ਪਰਮੇਸ਼ਵਰ ਦੇ ਸਾਰ ਸ਼ਬਦ ਤੋਂ ਸਮਾਇਆ ਜਾਂਦਾ ਹੈ, ਅਰਥਾਤ ਉਸ ਅਸਲ ਸੁਖਦਾਈ ਸਥਾਨ ਵਿੱਚ ਵਾਸ ਹੋ ਸਕਦਾ ਹੈ। ਹੋਰ ਨਾਮਾਂ ਤੇ ਅਧੂਰੇ ਗੁਰੂਆਂ ਤੋਂ ਨਹੀਂ ਹੋ ਸਕਦਾ। ਅੰਸ਼ਿਕ ਅੰਮ੍ਰਿਤ ਬਾਣੀ ਮਲਾ ਪਹਿਲਾ ਯਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 359 ਅਤੇ 360। ਸਿਵ ਨਗਰੀ ਮੈਂ ਆਸਣੇ ਬੈਸੋ ਕਲਪ ਤਿਆਗੀ ਬਾਦਨ। ਸਿੰਘੀ ਸਬਦੂ ਸਦਾ ਧੁਨੇ ਸੋਹੈ ਅਹੇਨਸਿ ਪੂਰੇ ਨਾਦਨ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 304। हर कीरत रहरास हमारी गुरमुख पंथ अतीतन। सगली जोते हमारी सम्या नाना वरन अनेकन। कहो नानक सुने परिथर जोगी पर ब्रह्म लिवेकन। उपरोक्त ਅੰਮ੍ਰਿਤ ਬਾਣੀ ਦਾ ਭਾਵ-ਅਰਥ ਸ਼੍ਰੀ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਇਹ ਪਰਥਰੀ ਯੋਗੀ ਜੀ ਆਪ ਦੀ ਸਾਧਨਾ ਭਗਵਾਨ ਸ਼ਿਵ ਤੱਕ ਹੈ। ਉਸ ਨਾਲ ਆਪ ਨੂੰ ਸ਼ਿਵ ਨਗਰੀ ਯਾਨੀ ਲੋਕ ਵਿੱਚ ਸਥਾਨ ਮਿਲਿਆ ਹੈ ਅਤੇ ਸਰੀਰ ਵਿੱਚ ਜੋ ਸਿੰਘੀ ਸ਼ਬਦ ਆਦਿ ਹੋ ਰਿਹਾ ਹੈ ਉਹ ਉਹਨਾਂ ਕਮਲਾਂ ਦਾ ਹੈ ਅਤੇ ਟੈਲੀਵਿਜ਼ਨ ਦੀ ਤਰ੍ਹਾਂ ਪ੍ਰਤੇਕ ਦੇਵਲੋਕ ਤੋਂ ਸਰੀਰ ਵਿੱਚ ਸੁਣਾਈ ਦੇ ਰਿਹਾ ਹੈ। ਅਸੀਂ ਤਾਂ ਇੱਕ ਪਰਮਾਤਮਾ ਪਾਰ ਬ੍ਰਹਮ ਅਰਥਾਤ ਸਰਵ ਦੇ ਪਾਰ ਜੋ ਪੂਰਨ ਪਰਮਾਤਮਾ ਹੈ, ਹੋਰ ਕਿਸੇ ਅਤੇ ਇੱਕ ਪਰਮਾਤਮਾ ਵਿੱਚ ਲਓ ਯਾਨੀ ਹੋਰ ਅਨੰਨੇ ਮਨ ਨਾਲ ਲਗਨ ਲਗਾਉਂਦੇ ਹਨ। ਅਸੀਂ ਉਪਰੀ ਦਿਖਾਵਾ ਯਾਨੀ ਭਸਮ ਲਗਾਉਣਾ ਹੱਥ ਵਿੱਚ ਡੰਡਾ ਰੱਖਣਾ ਨਹੀਂ ਕਰਦੇ। ਮੈਂ ਤਾਂ ਸਰਵ ਪ੍ਰਾਣੀਆਂ ਨੂੰ ਇੱਕ ਪੂਰਨ ਪਰਮਾਤਮਾ ਸਤਪੁਰਸ਼ ਦੀ ਸੰਤਾਨ ਸਮਝਦਾ ਹਾਂ। ਸਰਵ ਉਸ ਸ਼ਕਤੀ ਨਾਲ ਚਲਾਇਮਾਨ ਹਨ। ਸਾਡੀ ਮੁਦਰਾ ਤਾਂ ਸੱਚਾ ਨਾਮ ਜਾਪ ਗੁਰੂ ਤੋਂ ਪ੍ਰਾਪਤ ਕਰਨਾ ਹੈ ਅਤੇ ਖਿਮਾ ਕਰਨਾ ਸਾਡਾ ਬਾਣਾ ਪੇਸ਼ਪੂਸ਼ਾ ਹੈ। ਮੈਂ ਤਾਂ ਪੂਰਨ ਪਰਮਾਤਮਾ ਦਾ ਉਪਾਸਕ ਹਾਂ ਅਤੇ ਪੂਰਨ ਸਤਿਗੁਰੂ ਦਾ ਭਗਤੀ ਮਾਰਗ ਇਸ ਤੋਂ ਭਿੰਨ ਹੈ। ਅੰਮ੍ਰਿਤ ਬਾਣੀ ਰਾਗ ਆਸਾ ਮਲਾਇਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 420। ਜਿਨੀ ਨਾਮੂ ਵਿਸਾਰਿਆ ਦੂਜੇ ਪਰਮ ਪੁਲਾਈ। ਮੂਲ ਛੋੜ ਡਾਲੀ ਲਗੇ ਕਿਆ ਪਾਵੇ ਛਾਈ। ਸਾਹਿਬ ਮੇਰਾ ਏਕੁ ਹੈ ਅਵਰ ਨਹੀਂ ਪਾਈ। ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ। ਗੁਰ ਕੀ ਸੇਵਾ ਸੋ ਕਰੇ ਜਿਸੋ ਆਪੇ ਕਰਾਏ। ਨਾਨਕ ਸਿਰ ਦੇ ਛੂਟੀਐ ਦਰਗਾਹ ਪਤੇ ਪਾਏ। ਉਪਰੋਕਤ ਅੰਮ੍ਰਿਤ ਬਾਣੀ ਦਾ ਭਾਵ-ਅਰਥ ਹੈ ਸ਼੍ਰੀ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਜੋ ਪੂਰਨ ਪਰਮਾਤਮਾ ਦਾ ਅਸਲ ਨਾਮ ਭੁੱਲ ਕੇ ਹੋਰ ਭਗਵਾਨਾਂ ਦੇ ਨਾਮਾਂ ਦੇ ਜਾਪ ਵਿੱਚ ਭਰਨ ਰਹੇ ਹਨ ਉਹ ਤਾਂ ਐਸਾ ਕਰ ਰਹੇ ਹਨ ਕਿ ਮੂਲ ਯਾਨੀ ਪੂਰਨ ਪਰਮਾਤਮਾ ਨੂੰ ਛੱਡ ਕੇ ਡਾਲੀਆਂ ਯਾਨੀ ਤਿੰਨੋਂ ਗੁਣ ਰੂਪ ਰਜਗੁਣ ਬ੍ਰਹਮਾ ਸਤਗੁਣ ਵਿਸ਼ਨੂੰ ਤਮਗੁਣ ਸ਼ਿਵਜੀ ਦੀ ਸਿੰਚਾਈ ਯਾਨੀ ਪੂਜਾ ਕਰ ਰਹੇ ਹਨ। ਉਸ ਸਾਧਨਾ ਤੋਂ ਕੋਈ ਸੁੱਖ ਨਹੀਂ ਹੋ ਸਕਦਾ ਅਰਥਾਤ ਪੌਦਾ ਸੁੱਕ ਜਾਏਗਾ ਤਾਂ ਛਾਂ ਵਿੱਚ ਬੈਠ ਨਹੀਂ ਪਾਓਗੇ। ਭਾਵ-ਅਰਥ ਹੈ ਕਿ ਸਾਧਨਾ ਵਿਧੀ ਰਹਿਤ ਕਰਨ ਨਾਲ ਬੇਅਰਥ ਯਤਨ ਹੈ, ਕੋਈ ਲਾਭ ਨਹੀਂ। ਇਸ ਦਾ ਪਵਿੱਤਰ ਗੀਤਾ ਅਧਿਆਇ 16 ਸ਼ਲੋਕ 23 ਅਤੇ 24 ਵਿੱਚ ਵੀ ਹੈ। ਉਸ ਪੂਰਨ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਮਨਮੁਖੀ ਯਾਨੀ ਮਨਮੰਨੀ ਸਾਧਨਾ ਤਿਆਗ ਕੇ ਪੂਰਨ ਗੁਰੂ ਨੂੰ ਸਮਰਪਣ ਕਰਨ ਨਾਲ ਤੇ ਸੱਚੇ ਨਾਮ ਦੇ ਜਾਪ ਨਾਲ ਹੀ ਮੋਕਸ਼ ਸੰਭਵ ਹੈ, ਨਹੀਂ ਤਾਂ ਮ੍ਰਿਤਯੂ ਦੇ ਉਪਰੰਤ ਨਰਕ ਜਾਏਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 843 ਅਤੇ 844। ਬਿਲਾਵਲ ਮਲਾਇਕ ਮੈਂ ਮਨ ਚਾਉ ਕਣਾ ਸਾਚੇ ਵਗਾਸੀ ਰਾਮ। ਮੋਹੀ ਪ੍ਰੇਮ ਪਿਰੇ ਪ੍ਰਭਾ ਬਿਨਾਸੀ ਰਾਮ। ਅਵਿਗਤੋ ਹਰ ਨਾਥ ਨਾਥ ਤਿਸੈ ਭਾਵੈ ਸੋਥੀ ਹੈ। ਕਿਰਪਾਲੂ ਸਦਾ ਦਇਆਲੂ ਦਾਤਾ ਜੀਆ ਅੰਦਰ ਤੂੰ ਜੀਐ। ਮੈਂ ਆਧਾਰੂ ਤੇਰਾ ਤੂੰ ਖਸਮ ਮੇਰਾ ਮੈਂ ਤਾਣੂ ਤਕਿਆ ਤੇਰੋ। ਸਾਚੇ ਸੂਚਾ ਸਦਾ ਨਾਨਕ ਗੁਰ ਸਬਦੇ ਚਗਰ ਨਿਬੇਰੋ। ਉਪਰੋਕਤ ਅੰਮ੍ਰਿਤ ਬਾਣੀ ਦਾ ਭਾਵ-ਅਰਥ ਸ਼੍ਰੀ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਅਵਿਨਾਸ਼ੀ ਪੂਰਨ ਪਰਮਾਤਮਾ ਨਾਥਾਂ ਦਾ ਵੀ ਨਾਥ ਹੈ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 305। अर्थात देवां दा भी देव यानी सर्व प्रभुआं श्री ब्रह्मा जी श्री विष्णु जी शिव जी अते ब्रह्म अते परब्रह्म उपर भी नाथ है अर्थात स्वामी है। मैं तां सच्चे नाम नूं हिरदे विच समा चुका हां। हे परमात्मा सर्व प्राणी दा जीवन आधार भी आप हो। मैं आप दे आश्रित हां, आप मेरे मालिक हो।
आपने ही गुरु रूप विच आके सतभगती दा निर्णायक ज्ञान दे के सर्व झगड़ा निपटा दिता, अर्थात सर्व शंका दा समाधान कर दिता। श्री गुरु ग्रंथ साहिब पन्ना नंबर 721, राग तिलंग मलाइक, या कार्ज गुफतम पेश तो दर कून करतार, हक्का कबीर करीम तू बेअब परवरदिगार, नानक बुगोयद जन तुरा तेरे चाकरा पाखाक। उपरोक्त अमृत बाणी विच स्पष्ट कर दिता है कि हे हक्का कबीर यानी आप सतकबीर, कून करतार यानी शब्द शक्ति नाल रचना करन वाले शब्द स्वरूपी प्रभु अर्थात सर्व सृष्टि दे रचनहार हो आप ही। बेअब यानी निर्विकार, परवरदिगार यानी सर्व दे पालन करता दयालु प्रभु हो। मैं आप दे दासान दा वी दास हां। श्री गुरु ग्रंथ साहिब पन्ना नंबर 24, राग सिरी मलाइक, तेरा एक नाम तारे संसार, मैं यहा आसे हो आधार, नानक नीच कहे विचार, ताणक रूप रहा करतार। उपरोक्त अमृत बाणी विच प्रमाण कीता है कि जो काशी विच ताणक यानी जुलाहा है, यही करतार यानी कुल दा सिरजनहार है। अते अधीन हो के श्री नानक साहिब जी कह रहे हन कि मैं सच कह रहा हां कि ये ताणक अर्थात कबीर जुलाहा ही पूर्ण ब्रह्म यानी सतपुरुष है। विशेष उपरोक्त प्रमाणा दे संकेतिक ज्ञान तो प्रमाणित होया कि सृष्टि रचना किस तरह हुई। पूर्ण परमात्मा दी प्राप्ति करनी चाहिदी है, जो पूर्ण संत तो नाम लैके ही संभव है। होर संता द्वारा सृष्टि रचना दी दंत कथा होर संता द्वारा जो सृष्टि रचना दा ज्ञान दस्या है वो कैसा है। किरपा करके निमन पढ़ो सृष्टि रचना दे विषय विच राधा सुवामी पंथ दे संता दे अते धन धन सतगुरु पंथ दे विचार पवित्र पुस्तक जीवन चरित्र परम संत बाबा जैमल सिंह जी महाराज पन्ना नंबर 102 अते 103 तो सृष्टि रचना सावन किरपाल पब्लिकेशन दिल्ली। पहले सतपुरुष निराकार सी, फिर इजहार यानी आकार विच आया, ता उपर दे 3 निर्मल मंडल यानी सतलोक, अलखलोक, अगमलोक बन गया अते प्रकाश अते मंडलां दा नाद यानी तुन्नी बन गया। पवित्र पुस्तक सार बचन नसर प्रकाशक राधा स्वामी सत्संग सभा दयालबाग आगरा। सृष्टि दी रचना पन्ना नंबर 81 प्रथम तुंदुकार सी, उस विच पुरुष सुन समाद विच सन, जद कुछ रचना नहीं हुई सी। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 306। फिर जदों मौज हुई उदों शब्द प्रगट होया ਅਤੇ ਉਸ ਵਿੱਚ ਸਭ ਰਚਨਾ ਹੋਈ। ਪਹਿਲਾਂ ਸਤਲੋਕ ਅਤੇ ਫਿਰ ਸਤਪੁਰਸ਼ ਦੀ ਕਲਾ ਨਾਲ 3 ਲੋਕ ਅਤੇ ਸਭ ਵਿਸਤਾਰ ਹੋਇਆ। ਇਹ ਗਿਆਨ ਤਾਂ ਐਸਾ ਹੈ, ਇੱਕ ਸਮੇਂ ਕੋਈ ਬੱਚਾ ਨੌਕਰੀ ਤੇ ਲੱਗਣ ਦੇ ਲਈ ਸਾਖਸ਼ਾਤਕਾਰ ਯਾਨੀ ਇੰਟਰਵਿਊ ਦੇ ਲਈ ਗਿਆ। ਅਧਿਕਾਰੀ ਨੇ ਪੁੱਛਿਆ ਕਿ ਆਪਨੇ ਮਹਾਭਾਰਤ ਪੜ੍ਹਿਆ ਹੈ। ਲੜਕੇ ਨੇ ਉੱਤਰ ਦਿੱਤਾ ਕਿ ਉਂਗਲੀਆਂ ਤੇ ਰੱਟ ਰੱਖਿਆ ਹੈ। ਅਧਿਕਾਰੀ ਨੇ ਪ੍ਰਸ਼ਨ ਕੀਤਾ ਕਿ 5 ਪਾਂਡਵਾਂ ਦੇ ਨਾਮ ਦੱਸੋ। ਲੜਕੇ ਨੇ ਉੱਤਰ ਦਿੱਤਾ ਕਿ ਇੱਕ ਭੀਮ ਸੀ, ਇੱਕ ਉਸ ਦਾ ਵੱਡਾ ਭਾਈ ਸੀ, ਇੱਕ ਉਸ ਤੋਂ ਛੋਟਾ ਸੀ, ਇੱਕ ਹੋਰ ਸੀ ਅਤੇ ਇੱਕ ਦਾ ਨਾਮ ਭੁੱਲ ਗਿਆ। ਉਪਰੋਕਤ ਸ੍ਰਿਸ਼ਟੀ ਰਚਨਾ ਦਾ ਗਿਆਨ ਤਾਂ ਐਸਾ ਹੈ, ਸਤਪੁਰਸ਼ ਅਤੇ ਸਤਲੋਕ ਦੀ ਮਹਿਮਾ ਦੱਸਣ ਵਾਲੇ ਅਤੇ 5 ਨਾਮ ਯਾਨੀ ਓਮਕਾਰ, ਜੋਤੀ, ਨਿਰੰਜਨ, ਨਿਰੰਕਾਰ, ਸੋ ਸਤਨਾਮ ਦੇਣ ਵਾਲੇ ਅਤੇ 3 ਨਾਮ ਯਾਨੀ ਅਕਾਲ ਮੂਰਤ, ਸਤਪੁਰਸ਼ ਅਤੇ ਸ਼ਬਦ ਸਵਰੂਪੀ ਰਾਮ ਦੇਣ ਵਾਲੇ ਸੰਤਾਂ ਦੁਆਰਾ ਰਚੀ ਪੁਸਤਕਾਂ ਦਾ ਕੁਝ ਨਿਸ਼ਕਰਸ਼। ਸੰਤਮਤ ਪ੍ਰਕਾਸ਼ ਭਾਗ 3 ਪੰਨਾ ਨੰਬਰ 76 ਤੇ ਲਿਖਿਆ ਹੈ ਕਿ ਸੱਚਖੰਡ ਜਾਂ ਸਤਨਾਮ ਚੌਥਾ ਲੋਕ ਹੈ। ਇੱਥੇ ਸਤਨਾਮ ਨੂੰ ਸਥਾਨ ਕਿਹਾ ਹੈ। ਫਿਰ ਇਸ ਸੰਤਮਤ ਪ੍ਰਕਾਸ਼ ਪੁਸਤਕ ਦੇ ਪੰਨਾ ਨੰਬਰ 79 ਤੇ ਲਿਖਿਆ ਹੈ ਕਿ ਇੱਕ ਰਾਮ ਦਸ਼ਰਥ ਦਾ ਬੇਟਾ, ਦੂਸਰਾ ਰਾਮ ਮਨ, ਤੀਸਰਾ ਰਾਮ ਬ੍ਰਹਮ, ਚੌਥਾ ਰਾਮ ਸਤਨਾਮ ਇਹ ਅਸਲੀ ਰਾਮ ਹੈ। ਫਿਰ ਪੁਸਤਕ ਸੰਤਮਤ ਪ੍ਰਕਾਸ਼ ਪਹਿਲਾ ਭਾਗ ਪੰਨਾ ਨੰਬਰ 17 ਤੇ ਲਿਖਿਆ ਕਿ ਉਹ ਸਤਲੋਕ ਹੈ, ਉਸ ਹੀ ਨੂੰ ਸਤਨਾਮ ਕਿਹਾ ਜਾਂਦਾ ਹੈ। ਪਵਿੱਤਰ ਪੁਸਤਕ ਸਾਰ ਬਚਨ ਨਸਰ ਯਾਨੀ ਵਾਰਤਕ ਪੰਨਾ ਨੰਬਰ 3 ਤੇ ਲਿਖਿਆ ਹੈ ਕਿ ਹੁਣ ਸਮਝਣਾ ਚਾਹੀਦਾ ਹੈ ਕਿ ਰਾਧਾ ਸਵਾਮੀ ਪਦ ਸਭ ਤੋਂ ਉੱਚਾ ਮੁਕਾਮ ਹੈ ਕਿ ਜਿਸ ਨੂੰ ਸੰਤਾਂ ਨੇ ਸਤਲੋਕ ਅਤੇ ਸੱਚਖੰਡ ਅਤੇ ਸਾਰ ਸ਼ਬਦ ਅਤੇ ਸਤ ਸ਼ਬਦ ਅਤੇ ਸਤਨਾਮ ਅਤੇ ਸਤਪੁਰਸ਼ ਕਰਕੇ ਬਿਆਨ ਕੀਤਾ ਹੈ। ਪੁਸਤਕ ਸਾਰ ਬਚਨ ਨਸਰ ਆਗਰਾ ਤੋਂ ਪ੍ਰਕਾਸ਼ਿਤ ਪੰਨਾ ਨੰਬਰ 4 ਤੇ ਵੀ ਉਪਰੋਕਤ ਜਿਉ ਦਾ ਤਿਉ ਵਰਣਨ ਹੈ। ਪੁਸਤਕ ਸੱਚਖੰਡ ਦੀ ਸੜਕ ਪੰਨਾ ਨੰਬਰ 226 ਸੰਤਾਂ ਦਾ ਦੇਸ਼ ਸੱਚਖੰਡ ਜਾਂ ਸਤਲੋਕ ਹੈ। ਉਸ ਨੂੰ ਸਤਨਾਮ ਸਤ ਸ਼ਬਦ ਸਾਰ ਸ਼ਬਦ ਕਿਹਾ ਜਾਂਦਾ ਹੈ। ਵਿਸ਼ੇਸ਼ ਉਪਰੋਕਤ ਵਿਆਖਿਆ ਐਸੀ ਲੱਗੀ ਜਿਵੇਂ ਕਿਸੇ ਨੇ ਜੀਵਨ ਵਿੱਚ ਨਾ ਤਾਂ ਸ਼ਹਿਰ ਦੇਖਿਆ, ਨਾ ਕਾਰ ਦੇਖੀ ਅਤੇ ਨਾ ਪੈਟਰੋਲ ਦੇਖਿਆ ਹੈ, ਨਾ ਡਰਾਈਵਰ ਦਾ ਗਿਆਨ ਹੋਵੇ
ਕਿ ਡਰਾਈਵਰ ਕਿਸ ਨੂੰ ਕਹਿੰਦੇ ਹਨ ਅਤੇ ਉਹ ਵਿਅਕਤੀ ਹੋਰ ਸਾਥੀਆਂ ਨੂੰ ਕਹੇ ਕਿ ਮੈਂ ਸ਼ਹਿਰ ਵਿੱਚ ਜਾਂਦਾ ਹਾਂ, ਕਾਰ ਵਿੱਚ ਬੈਠ ਕੇ ਆਨੰਦ ਮਨਾਉਂਦਾ ਹਾਂ। ਫਿਰ ਸਾਥੀਆਂ ਨੇ ਪੁੱਛਿਆ ਕਿ ਕਾਰ कैसी है, पेट्रोल कैसा है, ड्राइवर कैसा है, शहर कैसा है। उस गुरु जी ने उत्तर दिता कि शहर कहो चाहे कार इक्को ही गल है। शहर भी कार ही है, पेट्रोल भी कार नूं ही कहंदे हन, ड्राइवर भी कार नूं ही कहंदे हन, सड़क भी कार नूं ही कहंदे हन। आओ विचार करे, सतपुरुष ता पूर्ण परमात्मा है। सतनाम ਉਹ ਦੋ ਮੰਤਰ ਦਾ ਨਾਮ ਹੈ ਜਿਸ ਵਿੱਚ ਇੱਕ ਓਮ ਜਮਾ ਤੱਤ ਸੰਕੇਤਿਕ ਹੈ ਅਤੇ ਇਸ ਦੇ ਬਾਅਦ ਸਾਰਨਾਮ ਸਾਧਕ ਨੂੰ ਪੂਰਨ ਗੁਰੂ ਦੁਆਰਾ ਦਿੱਤਾ ਜਾਂਦਾ ਹੈ। ਇਹ ਸਤਨਾਮ ਅਤੇ ਸਾਰਨਾਮ ਦੋਨੋਂ ਸਿਮਰਨ ਕਰਨੇ ਦੇ ਨਾਮ ਹਨ। ਸਤਲੋਕ ਉਹ ਸਥਾਨ ਹੈ ਜਿੱਥੇ ਸਤਪੁਰਸ਼ ਰਹਿੰਦਾ ਹੈ। ਪੁੰਨ ਆਤਮਾਵਾਨ ਖੁਦ ਨਿਰਣੈ ਕਰੋ, ਸਤ ਅਤੇ ਅਸਤ ਦਾ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 307। भगती मर्यादा। नाम लैण वाले व्यक्तियां ਲਈ ਜ਼ਰੂਰੀ ਜਾਣਕਾਰੀ। ਨੰਬਰ 1, ਪੂਰਨ ਗੁਰੂ ਤੋਂ ਦੀਖਿਆ ਲੈਣੀ ਚਾਹੀਦੀ ਹੈ। ਪੂਰਨ ਗੁਰੂ ਦੀ ਪਹਿਚਾਣ ਅੱਜ ਕਲਯੁਗ ਵਿੱਚ ਭਗਤ ਸਮਾਜ ਦੇ ਸਾਹਮਣੇ ਪੂਰਨ ਗੁਰੂ ਦੀ ਪਹਿਚਾਣ ਕਰਨਾ ਸਭ ਤੋਂ ਜਟਿਲ ਪ੍ਰਸ਼ਨ ਬਣਿਆ ਹੋਇਆ ਹੈ। ਲੇਕਿਨ ਇਸ ਦਾ ਬਹੁਤ ਹੀ ਲਘੂ ਅਤੇ ਸਾਧਾਰਨ ਉੱਤਰ ਇਹ ਹੈ ਕਿ ਜੋ ਗੁਰੂ ਸ਼ਾਸਤਰਾਂ ਦੇ ਅਨੁਸਾਰ ਭਗਤੀ ਕਰਦਾ ਹੈ ਅਤੇ ਆਪਣੇ ਅਨੁਯਾਇਆਂ ਅਰਥਾਤ ਭਗਤਾਂ ਦੁਆਰਾ ਕਰਾਉਂਦਾ ਹੈ, ਉਹ ਪੂਰਨ ਸੰਤ ਹੈ ਕਿਉਂਕਿ ਭਗਤੀ ਮਾਰਗ ਦਾ ਸੰਵਿਧਾਨ ਹੈ। ਧਾਰਮਿਕ ਸ਼ਾਸਤਰ ਜਿਵੇਂ ਕਬੀਰ ਸਾਹਿਬ ਦੀ ਬਾਣੀ, ਨਾਨਕ ਸਾਹਿਬ ਜੀ ਦੀ ਬਾਣੀ, ਸੰਤ ਗਰੀਬਦਾਸ ਜੀ ਮਹਾਰਾਜ ਜੀ ਦੀ ਬਾਣੀ, ਸੰਤ ਧਰਮਦਾਸ ਜੀ ਸਾਹਿਬ ਦੀ ਬਾਣੀ, ਵੇਦ, ਗੀਤਾ, ਪੁਰਾਣ, ਕੁਰਾਨ, ਪਵਿੱਤਰ ਬਾਈਬਲ ਆਦਿ ਹਨ ਜੋ ਸੰਤ ਸ਼ਾਸਤਰਾਂ ਦੇ ਅਨੁਸਾਰ ਭਗਤੀ ਸਾਧਨਾ ਦੱਸਦਾ ਹੈ ਅਤੇ ਭਗਤ ਸਮਾਜ ਨੂੰ ਮਾਰਗ ਦਰਸ਼ਨ ਕਰਦਾ ਹੈ ਤਾਂ ਉਹ ਪੂਰਨ ਸੰਤ ਹੈ, ਨਹੀਂ ਤਾਂ ਉਹ ਭਗਤ ਸਮਾਜ ਦਾ ਘੋਰ ਦੁਸ਼ਮਣ ਹੈ ਜੋ ਸ਼ਾਸਤਰਾਂ ਦੇ ਵਿਰੁੱਧ ਸਾਧਨਾ ਕਰਵਾ ਰਿਹਾ ਹੈ। ਇਸ ਅਨਮੋਲ ਮਾਨਵ ਜਨਮ ਨਾਲ ਖਿਲਵਾੜ ਕਰ ਰਿਹਾ ਹੈ। ਅਜਿਹੇ ਗੁਰੂ ਜਾਂ ਸੰਤ ਨੂੰ ਭਗਵਾਨ ਦੇ ਦਰਬਾਰ ਵਿੱਚ ਘੋਰ ਨਰਕ ਵਿੱਚ ਉਲਟਾ ਲਟਕਾਇਆ ਜਾਏਗਾ। ਉਦਾਹਰਣ ਦੇ ਤੌਰ ਤੇ ਜਿਵੇਂ ਕੋਈ ਅਧਿਆਤਮਿਕ ਸਿਲੇਬਸ ਯਾਨੀ ਪਾਠ్యਕ੍ਰਮ ਤੋਂ ਬਾਹਰ ਦੀ ਸਿੱਖਿਆ ਦਿੰਦਾ ਹੈ ਤਾਂ ਉਹ ਉਹਨਾਂ ਵਿਦਿਆਰਥੀਆਂ ਦਾ ਦੁਸ਼ਮਣ ਹੈ। ਗੀਤਾ ਅਧਿਆਏ ਨੰਬਰ 7 ਦਾ ਸ਼ਲੋਕ ਨੰਬਰ 15। ਨਾ ਮਾਮ ਦੁਸ਼ਕ੍ਰਤਿਨ ਮੂਡਾ ਪਰਪਦਯੰਤੇ ਨਰਾਦਮਾ ਮਾਇਆ ਅਪਹਰਤ ਗਿਆਨਾ ਆਸੁਰਮ ਪਾਵਮ ਆਸ਼ਰਿਤਾ। ਅਨੁਵਾਦ, ਮਾਇਆ ਦੁਆਰਾ ਜਿਨ੍ਹਾਂ ਦਾ ਗਿਆਨ ਹਰਿਆ ਜਾ ਚੁੱਕਾ ਹੈ, ਅਜਿਹੇ ਅਸੁਰ ਸੁਭਾਅ ਨੂੰ ਧਾਰਨ ਕਰੇ ਹੋਏ ਮਨੁੱਖਾਂ ਵਿੱਚੋਂ ਨੀਚ ਦੁਸ਼ਕਰਮ ਕਰਨ ਵਾਲੇ ਮੂਰਖ ਮੈਨੂੰ ਨਹੀਂ ਭਜਦੇ, ਅਰਥਾਤ ਉਹ ਤਿੰਨੋਂ ਗੁਣਾ ਯਾਨੀ ਰਜਗੁਣ ਬ੍ਰਹਮਾ, ਸਤਗੁਣ ਵਿਸ਼ਨੂੰ, ਤਮਗੁਣ ਸ਼ਿਵ ਦੀ ਸਾਧਨਾ ਹੀ ਕਰਦੇ ਰਹਿੰਦੇ ਹਨ। ਯਜੁਰਵੇਦ ਅਧਿਆਇ ਨੰਬਰ 49 ਸ਼ਲੋਕ ਨੰਬਰ 10। ਸੰਤ ਰਾਮਪਾਲ ਦਾਸ ਜੀ ਦੁਆਰਾ ਭਾਸ਼ਾ ਪਾਸ਼ੇ ਅੰਨੈ ਦੇਵਾਹੋ ਸੰਬਾਦਨੇ ਦਾਹੁਰ ਸੰਭਵਾਤ ਇਤੀ ਸ਼ੁਰਸ਼ੁਮ ਤੀਰਨਾਮ ਯੇ ਨਸਤ ਦਿਵਚ ਚਸ਼ਿਰੇ। ਅਨੁਵਾਦ, ਪਰਮਾਤਮਾ ਦੇ ਬਾਰੇ ਵਿੱਚ ਸਮਾਨ ਰੂਪ ਵਿੱਚ ਨਿਰਾਕਾਰ ਅਰਥਾਤ ਕਦੇ ਨਾ ਜਨਮਨੇ ਵਾਲਾ ਕਹਿੰਦੇ ਹਨ। ਦੂਸਰਾ ਆਕਾਰ ਵਿੱਚ ਅਰਥਾਤ ਜਨਮ ਲੈ ਕੇ ਅਵਤਾਰ ਰੂਪ ਵਿੱਚ ਆਉਣ ਵਾਲਾ ਕਹਿੰਦੇ ਹਨ। ਜੋ ਟਿਕਾਊ ਅਰਥਾਤ ਪੂਰਨ ਗਿਆਨੀ ਚੰਗੀ ਪ੍ਰਕਾਰ ਸੁਣਾਉਂਦੇ ਹਨ, ਉਹਨਾਂ ਨੂੰ ਇਸ ਪ੍ਰਕਾਰ ਸਹੀ ਤੌਰ ਤੇ ਉਹੀ ਸਮਰੂਪ ਅਰਥਾਤ ਯਥਾਰਥ ਰੂਪ ਵਿੱਚ ਭਿੰਨ ਰੂਪ ਵਿੱਚ ਪ੍ਰਤੱਖ ਗਿਆਨ ਕਰਵਾਉਂਦੇ ਹਨ। ਅਧਿਆਇ 4 ਦਾ ਸ਼ਲੋਕ 34। ਤਤ ਵਿਧੀ ਪ੍ਰਣਪਾਤੇਨ ਪਰਿਪ੍ਰਸ਼ਨੇਨ ਸੇਵਿਆ ਉਪਦੇਕਸ਼ਯੰਤੇ ਤੇ ਗਿਆਨਮ ਗਿਆਨਿਨ ਤਤਵਦਰਸ਼ਿਨ। ਅਨੁਵਾਦ, ਉਸ ਨੂੰ ਸਮਝ ਉਸ ਪੂਰਨ ਪਰਮਾਤਮਾ ਦੇ ਵਾਸਤਵਿਕ ਗਿਆਨ ਸਮਾਧਾਨ ਨੂੰ ਜਾਣਨ ਵਾਲੇ ਸੰਤਾਂ ਨੂੰ ਭਲੀਭਾਂਤੀ ਦੰਡਵਤ ਪ੍ਰਣਾਮ ਕਰਨ ਨਾਲ ਅਤੇ ਉਹਨਾਂ ਦੀ ਸੇਵਾ ਕਰਨ ਨਾਲ ਅਤੇ ਕਪਟ ਛੱਡ ਕੇ ਸਰਲਤਾ ਪੂਰਵਕ ਪ੍ਰਸ਼ਨ ਕਰਨ ਨਾਲ ਉਹ ਪਰਮਤੱਤਵ ਨੂੰ ਭਲੀਭਾਂਤੀ ਜਾਣਨ ਵਾਲੇ ਗਿਆਨੀ ਮਹਾਤਮਾ ਤੈਨੂੰ ਉਸ ਤੱਤਵ ਗਿਆਨ ਦਾ ਉਪਦੇਸ਼ ਕਰਨਗੇ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 308। नंबर 2, ਨਸ਼ੀਲੀਆਂ ਵਸਤੂਆਂ ਦਾ ਸੇਵਨ ਨਿਸ਼ੇਧ। ਹੁੱਕਾ, ਸ਼ਰਾਬ, ਬੀਅਰ, ਤੰਬਾਕੂ, ਬੀੜੀ, ਸਿਗਰੇਟ, ਹੁਲਾਸ, ਸੁੰਘਣਾ, ਗੁਟਕਾ, ਮਾਸ, ਅੰਡਾ, ਸੁਲਫਾ, ਅਫੀਮ, ਗਾਂਜਾ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦਾ ਸੇਵਨ ਤਾਂ ਦੂਰ ਰਿਹਾ, ਕਿਸੇ ਨੂੰ ਚੀਜ਼ਾਂ ਲਿਆ ਕੇ ਵੀ ਨਹੀਂ ਦੇਣੀਆਂ ਹਨ। ਬੰਦੀ ਛੋੜ ਗਰੀਬਦਾਸ ਜੀ ਮਹਾਰਾਜ ਇਹਨਾਂ ਸਭ ਨਸ਼ੀਲੀਆਂ ਵਸਤੂਆਂ ਨੂੰ ਬਹੁਤ ਬੁਰਾ ਦੱਸਦੇ ਹੋਏ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਸੁਰਾਪਾਨ ਮਦਮਾਸਾਹਾਰੀ ਗਮਨ ਕਰੈ ਭੋਗੈ ਪਰ ਨਾਰੀ 70 ਜਨਮ ਕਟਤ ਹੈ ਸ਼ੀਸ਼ਮ ਸਾਖੀ ਸਾਹਿਬ ਹੈ ਜਗਦੀਸ਼ਮ ਪਰ ਦੁਆਰਾ ਇਸਤਰੀ ਕਾ ਖੋਲੇ 70 ਜਨਮ ਅੰਦਾ ਹੋਵੇ ਡੋਲੇ।
मदिरा पीवै कड़वा पानी, 70 जन्म सवान के जानी। गरीब हुक्का हरदम पीवतै, लाल मिलावे तूर, इसमें संशय है नहीं, जन्म पिछले सूर। गरीब सो नारी जारी करे, सूरा 500 बार, एक चिलम हुक्का परे, डूबै काली तार। गरीब सूर गऊ को खात हो, भक्ति बेहुनेन राड, भांग तंबाकू खा गए, सो चाबत है हाड। गरीब भंग तंबाकू पीव ही, सूरा 500 हेत, गोस्त मिट्टी खाए कर, जंगली बनो परेत। गरीब पान तंबाकू चाब ही, नास नाक मैदेत, सो तो ईराने गए, ज्यो पड़ पूजे का रेत। गरीब भांग तंबाकू पीव ही, गोस्त गला कबाब, मोर मिर्ग कुन पखत है, देगे कहाँ जवाब। नंबर 3 तीरथ ਸਥਾਨਾਂ ਉੱਤੇ ਜਾਣਾ ਨਿषेध। ਕਿਸੇ ਤਰ੍ਹਾਂ ਦਾ ਕੋਈ ਵਰਤ ਨਹੀਂ ਰੱਖਣਾ ਹੈ, ਕੋਈ ਤੀਰਥ ਯਾਤਰਾ ਨਹੀਂ ਕਰਨੀ, ਨਾ ਕੋਈ ਗੰਗਾ ਨਹਾਉਣਾ ਆਦਿ ਕਰਨਾ, ਨਾ ਕਿਸੇ ਹੋਰ ਧਾਰਮਿਕ ਸਥਾਨ ਉੱਤੇ ਇਸ਼ਨਾਨ ਤੇ ਦਰਸ਼ਨ ਲਈ ਜਾਣਾ ਹੈ। ਕਿਸ ਮੰਦਰ ਤੇ ਇਸ਼ਟ ਧਾਮ ਵਿੱਚ ਪੂਜਾ ਅਤੇ ਭਗਤੀ ਦੇ ਭਾਵ ਨਾਲ ਨਹੀਂ ਜਾਣਾ ਕਿ ਇਸ ਮੰਦਰ ਵਿੱਚ ਭਗਵਾਨ ਹੈ। ਭਗਵਾਨ ਕੋਈ ਪਸ਼ੂ ਤਾਂ ਹੈ ਨਹੀਂ ਕਿ ਉਸ ਨੂੰ ਪੁਜਾਰੀ ਜੀ ਨੇ ਮੰਦਰ ਵਿੱਚ ਬੰਨ ਰੱਖਿਆ ਹੈ। ਭਗਵਾਨ ਤਾਂ ਕਣ-ਕਣ ਵਿੱਚ ਵਿਆਪਕ ਹੈ। ਇਹ ਸਭ ਸਾਧਨਾ ਸ਼ਾਸਤਰਾਂ ਦੇ ਵਿਰੁੱਧ ਹਨ। ਜਰਾ ਵਿਚਾਰ ਕਰਕੇ ਦੇਖੋ ਕਿ ਇਹ ਸਭ ਤੀਰਥ ਸਥਾਨ ਜਿਵੇਂ ਜਗਨਨਾਥ ਦਾ ਮੰਦਰ, ਬਦਰੀਨਾਥ, ਹਰਿਦੁਆਰ, ਮੱਕਾ, ਮਦੀਨਾ, ਅਮਰਨਾਥ, ਵੈਸ਼ਨੋ ਦੇਵੀ, ਬ੍ਰਿੰਦਾਵਨ, ਮਥੁਰਾ, ਬਰਸਾਨਾ, ਅਯੋਧਿਆ, ਰਾਮ ਮੰਦਰ, ਕਾਂਸ਼ੀ ਧਾਮ, ਛੁੜਾਨੀ ਧਾਮ ਆਦਿ ਮੰਦਰ, ਮਸਜਿਦ, ਗੁਰੂਦੁਆਰਾ, ਚਰਚ ਤੇ ਇਸ਼ਟ ਧਾਮ ਆਦਿ ਅਜਿਹੇ ਸਥਾਨ ਹਨ ਜਿੱਥੇ ਕੋਈ ਸੰਤ ਰਹਿੰਦੇ ਸਨ। ਉਹ ਉੱਥੇ ਆਪਣੀ ਭਗਤੀ ਸਾਧਨਾ ਕਰਕੇ ਆਪਣਾ ਭਗਤੀ ਰੂਪੀ ਧਨ ਜੋੜ ਕੇ ਸਰੀਰ ਤਿਆਗ ਕੇ ਆਪਣੇ ਈਸ਼ਟ ਦੇਵ ਦੇ ਲੋਕ ਚਲੇ ਗਏ। ਉਦੋਂ ਪਿੱਛੋਂ ਉਹਨਾਂ ਦੀ ਯਾਦਗਾਰ ਨੂੰ ਪ੍ਰਮਾਣਿਤ ਰੱਖਣ ਦੇ ਲਈ ਉੱਥੇ ਕਿਸੇ ਨੇ ਮੰਦਰ, ਕਿਸੇ ਨੇ ਮਸਜਿਦ, ਕਿਸੇ ਨੇ ਗੁਰੂਦੁਆਰਾ, ਕਿਸੇ ਨੇ ਚਰਚ ਜਾਂ ਕਿਸੇ ਨੇ ਧਰਮਸ਼ਾਲਾ ਆਦਿ ਬਣਵਾ ਦਿੱਤੀ ਤਾਂ ਕਿ ਉਹਨਾਂ ਦੀ ਯਾਦ ਬਣੀ ਰਹੇ ਅਤੇ ਸਾਡੇ ਜਿਹੇ ਤੁੱਛ ਪ੍ਰਾਣੀਆਂ ਨੂੰ ਪ੍ਰਮਾਣ ਮਿਲਦਾ ਰਹੇ ਕਿ ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜਿਵੇਂ ਕਿ ਇਹ ਮਹਾਨ ਆਤਮਾਵਾਨ ਨੇ ਕੀਤੇ ਹਨ। ਇਹ ਸਭ ਧਾਰਮਿਕ ਸਥਾਨ ਸਾਨੂੰ ਸਭ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਜਿਵੇਂ ਭਗਤੀ ਸਾਧਨਾ ਕਰਨ ਵਾਲੇ ਅਤੇ ਦੱਸਣ ਵਾਲੇ ਸੰਤਾਂ ਨੂੰ ਤਲਾਸ਼ ਕਰੋ ਅਤੇ ਫਿਰ ਜੈਸਾ ਉਹ ਕਹਿਣ ਵੈਸਾ ਹੀ ਕਰੋ। ਲੇਕਿਨ ਬਾਅਦ ਵਿੱਚ ਉਹਨਾਂ ਸਥਾਨਾਂ ਦੀ ਹੀ ਪੂਜਾ ਆਰੰਭ ਹੋ ਗਈ ਜੋ ਕਿ ਬਿਲਕੁਲ ਬੇਅਰਥ ਸ਼ਾਸਤਰਾਂ ਦੇ ਵਿਰੁੱਧ ਹੈ। ਇਹ ਸਾਰੇ ਸਥਾਨ ਤਾਂ ਇੱਕ ਅਜਿਹੇ ਸਥਾਨ ਦੀ ਤਰ੍ਹਾਂ ਹਨ ਜਿੱਥੇ ਕਿਸੇ ਹਲਵਾਈ ਨੇ ਭੱਠੀ ਬਣਾ ਕੇ ਜਲੇਬੀ, ਲੱਡੂ ਆਦਿ ਬਣਾ ਕੇ ਆਪ ਖਾ ਕੇ ਅਤੇ ਆਪਣੇ ਸਗੇ ਸਾਥੀਆਂ ਨੂੰ ਖਿਲਾ ਕੇ ਚਲੇ ਗਏ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 309। ਉਸ ਤੋਂ ਬਾਅਦ ਉਸ ਸਥਾਨ ਉੱਤੇ ਨਾ ਤਾਂ ਹਲਵਾਈ ਹੈ, ਨਾ ਹੀ ਮਠਿਆਈ, ਫਿਰ ਤਾਂ ਉੱਥੇ ਕੇਵਲ ਭੱਠੀ ਹੀ ਹੈ। ਉਹ ਨਾ ਤਾਂ ਸਾਨੂੰ ਮਠਿਆਈ ਬਣਾਉਣਾ ਸਿਖਾ ਸਕਦੀ ਹੈ ਤਾਂ ਨਾ ਹੀ ਸਾਡਾ ਪੇਟ ਯਾਨੀ ਉਧਰ ਭਰ ਸਕਦੀ ਹੈ। ਹੁਣ ਕੋਈ ਕਹੇ ਕਿ ਆਓ ਭਾਈ ਆਪ ਨੂੰ ਉਹ ਭੱਠੀ ਦਿਖਾ ਕੇ ਲਿਆਉਂਗਾ ਜਿੱਥੇ ਇੱਕ ਹਲਵਾਈ ਨੇ ਮਠਿਆਈ ਬਣਾਈ ਸੀ। ਚਲੋ ਚੱਲਦੇ ਹਾਂ। ਉੱਥੇ ਜਾ ਕੇ ਉਸ ਭੱਠੀ ਦੇਖ ਲਿਆ ਅਤੇ ਉਸ ਦੇ 7 ਚੱਕਰ ਵੀ ਕੱਟ ਟਾਏ। ਕੀ ਆਪ ਨੂੰ ਮਠਿਆਈ ਮਿਲੀ? ਕੀ ਆਪ ਨੂੰ ਮਠਿਆਈ ਬਣਾਉਣ ਦੀ ਵਿਧੀ ਦੱਸਣ ਵਾਲਾ ਹਲਵਾਈ ਮਿਲਿਆ? ਇਸ ਦੇ ਲਈ ਆਪ ਨੂੰ ਵੈਸਾ ਹੀ ਹਲਵਾਈ ਖੋਜਣਾ ਹੋਏਗਾ ਜੋ ਸਭ ਤੋਂ ਪਹਿਲਾਂ ਆਪ ਨੂੰ ਮਠਿਆਈ ਖਿਲਾਏ ਅਤੇ ਬਣਾਉਣ ਦੀ ਵਿਧੀ ਵੀ ਦੱਸੇ। ਫਿਰ ਜਿਵੇਂ ਉਹ ਕਹੇ ਕੇਵਲ ਉਹ ਕਰਨਾ, ਹੋਰ ਕੁਝ ਨਹੀਂ। ਠੀਕ ਇਸ ਤਰ੍ਹਾਂ ਤੀਰਥ ਸਥਾਨਾਂ ਦੀ ਪੂਜਾ ਨਾ ਕਰਕੇ ਵੈਸੇ ਹੀ ਸੰਤਾਂ ਦੀ ਤਲਾਸ਼ ਕਰੋ ਜੋ ਸ਼ਾਸਤਰਾਂ ਦੇ ਅਨੁਸਾਰ ਪੂਰਨ ਪਰਮਾਤਮਾ ਕਬੀਰ ਸਾਹਿਬ ਦੀ ਭਗਤੀ ਕਰਦੇ ਅਤੇ ਦੱਸਦੇ ਹੋਣ। ਫਿਰ ਜਿਵੇਂ ਉਹ ਕਹਿਣ ਕੇਵਲ ਉਹ ਕਰਨਾ, ਆਪਣੀ ਮਨਮੰਨੀ ਨਹੀਂ ਕਰਨੀ। ਸਾਮਵੇਦ ਸੰਖਿਆਨ ਨੰਬਰ 1400 ਉਤਾਚਰਿਕ ਅਧਿਆਇ ਨੰਬਰ 12 ਖੰਡ ਨੰਬਰ 3 ਸਲੋਕ ਨੰਬਰ 5 ਸੰਤ ਰਾਮਪਾਲ ਜੀ ਦੁਆਰਾ ਪਾਸ਼ਾ ਪਾਸ਼ੇ ਪਦਰਾ ਵਸਤਰਾ ਸਮੰਗਵਸਾਨੋ ਮਹਾਨ ਕਵਿਰਨਿਬਚਨਾਨੇ ਸ਼ੰਸਨ ਆ ਵਚਸਸਵ ਚਮਵੋ ਪੁਇਮਾਨੋ ਵਿਚਕਸ਼ਣੋ ਜਾਗਰਵਿਰ ਦੇਵੀਤੋ। ਅਨੁਵਾਦ ਚਤੁਰ ਵਿਅਕਤੀਆਂ ਨੇ ਆਪਣੇ ਬਚਨਾਂ ਦੁਆਰਾ ਪੂਰਨ ਪਰਮਾਤਮਾ ਯਾਨੀ ਪੂਰਨ ਬ੍ਰਹਮ ਦੀ ਪੂਜਾ ਦਾ ਸਤਮਾਰਗ ਦਰਸ਼ਨ ਨਾ ਕਰਕੇ ਅੰਮ੍ਰਿਤ ਦੇ ਸਥਾਨ ਉੱਤੇ ਆਣ ਉਪਾਸਨਾ ਜਿਵੇਂ ਭੂਤ ਪੂਜਾ, ਪਿੱਤਰ ਪੂਜਾ, ਸ਼ਰਾਧ ਕੱਢਣਾ, ਤਿੰਨੋਂ ਗੁਣਾਂ ਦੀ ਪੂਜਾ ਯਾਨੀ ਰਜਗੁਣ ਬ੍ਰਹਮਾ, ਸਤਗੁਣ ਵਿਸ਼ਨੂੰ, ਤਮਗੁਣ ਸ਼ੰਕਰ ਅਤੇ ਬ੍ਰਹਮ ਕਾਲ ਦੀ ਪੂਜਾ, ਮੰਦਰ, ਮਸਜਿਦ, ਗੁਰੂਦੁਆਰੇ, ਚਰਚਾਂ ਅਤੇ ਤੀਰਥ ਵਰਤ ਤੱਕ ਦੀ ਉਪਾਸਨਾ ਰੂਪੀ ਫੌੜੇ ਅਤੇ ਜ਼ਖਮ ਤੋਂ ਨਿਕਲੇ ਮਵਾਦ ਨੂੰ ਆਦਰ ਦੇ ਨਾਲ ਆਚਮਨ ਕਰਾ ਰਹੇ ਹੁੰਦੇ ਹਨ। ਉਸ ਨੂੰ ਪਰਮ ਸੁਖਦਾਇਕ ਪੂਰਨ ਬ੍ਰਹਮ ਕਬੀਰ ਸਾਹਿਬ ਸਹਿ ਸਰੀਰ ਸਾਧਾਰਣ ਪੇਸ਼ਪੁਸ਼ਾ ਵਿੱਚ ਵਸਤਰ ਦਾ ਅਰਥ ਹੈ ਪੇਸ਼ਪੁਸ਼ਾ। ਸੰਤ ਭਾਸ਼ਾ ਵਿੱਚ ਇਸ ਨੂੰ ਚੋਲਾ ਵੀ ਕਹਿੰਦੇ ਹਨ। ਜਿਵੇਂ ਕੋਈ ਸੰਤ ਸਰੀਰ ਤਿਆਗ ਜਾਂਦਾ ਹੈ
ਤਾਂ ਕਹਿੰਦੇ ਹਨ ਕਿ ਮਹਾਤਮਾ ਤਾਂ ਝੋਲਾ ਤਿਆਗ ਗਏ। ਸਤਲੋਕ ਵਾਲੇ ਸਰੀਰ ਦੇ ਸਮਾਨ ਦੂਸਰਾ ਤੇਜ ਪੁੰਜ ਦਾ ਸਰੀਰ ਧਾਰਨ ਕਰਕੇ ਆਮ ਵਿਅਕਤੀ ਦੀ ਤਰ੍ਹਾਂ ਜੀਵਨ ਜਿਉ ਕੇ ਕੁਝ ਦਿਨ ਸੰਸਾਰ ਵਿੱਚ ਰਹਿ ਕੇ ਆਪਣੀ ਸ਼ਬਦ ਸਾਖੀਆਂ ਦੇ ਮਾਧਿਅਮ ਨਾਲ ਸਤਿਗਿਆਨ ਨੂੰ ਵਰਣਨ ਕਰਕੇ ਪੂਰਨ ਪਰਮਾਤਮਾ ਦੇ ਛਿਪੇ ਹੋਏ ਵਾਸਤਵਿਕ ਸਤਿਗਿਆਨ ਅਤੇ ਭਗਤੀ ਨੂੰ ਜਾਗਰਿਤ ਕਰਦੇ ਹਨ। ਅਧਿਆਇ 16 ਦਾ ਸ਼ਲੋਕ 23। ਯਹ ਸ਼ਾਸਤ੍ਰਵਿਦਮ ਉਤਸਰਜਾਇ ਵਰਤਤੇ ਕਾਮਕਾਰਤః ਨਾ ਸਹ ਸਿੱਧੀਮ ਅਵਾਪਨੋਤੇ ਨਾ ਸੁਖਮ ਨਾ ਪਰਾਮ ਗਤਿਮ। ਅਨੁਵਾਦ, ਜੋ ਪੁਰਸ਼ ਸ਼ਾਸਤਰ ਵਿਧੀ ਨੂੰ ਤਿਆਗ ਕੇ ਆਪਣੀ ਇੱਛਾ ਨਾਲ ਮਨਮੁਖੀ ਆਚਰਣ ਕਰਦਾ ਹੈ, ਉਹ ਨਾ ਸਿੱਧੀ ਨੂੰ ਪ੍ਰਾਪਤ ਹੁੰਦਾ ਹੈ, ਨਾ ਪਰਮਗਤੀ ਨੂੰ ਅਤੇ ਨਾ ਸੁਖ ਨੂੰ ਹੀ। ਅਧਿਆਇ 6 ਦਾ ਸ਼ਲੋਕ 16। ਨਾ ਅਤੇ ਅਸ਼ਨਤః ਤੂ ਯੋਗ ਅਸਤੇ ਨਾ ਚਾ ਏਕਾਂਤਮ ਅਨਸ਼ਨਤః ਨਾ ਚਾ ਅਤੇ ਸਵਪੰਸ਼ੀਲਸਈ ਜਾਗਰਤః ਨਾ ਏਵ ਚਾ। ਅਰਜੁਨ, आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 310। अनुवाद, हे अर्जुन, ਇਹ ਯੋਗ ਅਰਥਾਤ ਭਗਤੀ ਨਾ ਤਾਂ ਬਹੁਤ ਖਾਣ ਵਾਲੇ ਦਾ ਅਤੇ ਨਾ ਬਿਲਕੁਲ ਨਾ ਖਾਣ ਵਾਲੇ ਦਾ, ਨਾ ਇਕਾਂਤ ਸਥਾਨ ਉੱਤੇ ਆਸਣ ਲਗਾ ਕੇ ਸਾਧਨਾ ਕਰਨ ਵਾਲੇ ਦਾ ਅਤੇ ਨਾ ਬਹੁਤ ਸੋਣੇ ਵਾਲੇ ਦੇ ਸੁਭਾਅ ਵਾਲੇ ਦਾ ਅਤੇ ਨਾ ਸਦਾ ਜਾਗਣ ਵਾਲੇ ਦਾ ਹੀ ਸਿੱਧ ਹੁੰਦਾ ਹੈ। ਪੂਜੈ ਦੇਈ ਧਾਮ ਕੋ ਸ਼ੀਸ਼ ਹਲਾਵੈ ਜੋ, ਗਰੀਬ ਦਾਸ ਸਾਚੀ ਕਹੈ ਹਦ ਕਾਫਿਰ ਹੈ ਸੋ। ਕਬੀਰ, ਗੰਗਾ ਕਾਠੇ ਘਰ ਕਰੈ ਪੀਵੈ ਨਿਰਮਲ ਨੀਰ, ਮੁਕਤ ਹਰੀ ਨਾਮ ਬਿਨ ਸਤਗੁਰੂ ਕਹੈ ਕਬੀਰ। ਕਬੀਰ, ਤੀਰਥ ਕਰ ਕਰ ਜਗ ਮੂਵਾ ਊਡੈ ਪਾਨੀ ਨਹਾਏ, ਰਾਮ ਹੀ ਨਾਮ ਨਾ ਜਾਪਾ ਕਾਲ ਕਸੀਟੇ ਜਾਏ। ਗਰੀਬ, ਪੀਤਲ ਹੀ ਕਾ ਥਾਲ ਹੈ ਪੀਤਲ ਕਾ ਲੋਟਾ, ਜੜ ਮੂਰਤ ਕੋ ਪੂਜਤੇ ਆਵੇਗਾ ਟੋਟਾ। गरीब, पीतल चमचा पूजे जो थाल परोसे, जड़ मूरत किस काम की मते रहो परोसै। कबीर, पर्वत पर्वत मैं फिरा कारण अपने राम, राम सरीखै जन मिलै जिन सारे सब काम। नंबर 4, पितर पूजा निषेध, किसी तरह दी पितर पूजा श्राद्ध कढ़ना आदि नहीं करना। भगवान श्री कृष्ण जी ने भी इन्हां पितरां दी ते पूता दी पूजा करन तो साफ मना कीता है। गीता जी दे अध्याय 9 श्लोक नंबर 25 विच कहा है कि यान्ति देववर्ता देवान पितरी रीन, यान्ति पितरी वर्ता पूताने, यान्ति पूतज्या, यान्ति मध्याजिन अपे माम। अनुवाद, देवतावां नूं पूजन वाले देवतावां नूं प्राप्त हुंदे हन, पितरां नूं पूजन वाले पितरां नूं प्राप्त हुंदे हन, पूतां नूं पूजन वाले पूता नूं प्राप्त हुंदे हन ਅਤੇ ਮਤ ਅਨੁਸਾਰ ਪੂਜਨ ਕਰਨ ਵਾਲੇ ਭਗਤ ਮੇਰੇ ਤੋਂ ਹੀ ਲਾਭਪਾਤਰੀ ਹੁੰਦੇ ਹਨ। ਬੰਦੀ ਛੋੜ ਗਰੀਬਦਾਸ ਜੀ ਮਹਾਰਾਜ ਅਤੇ ਕਬੀਰ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਹਨ, ਗਰੀਬ ਭੂਤ ਰਮੇ ਸੋ ਭੂਤ ਹੈ, ਦੇਵ ਰਮੇ ਸੋ ਦੇਵ, ਰਾਮ ਰਮੇ ਸੋ ਰਾਮ ਹੈ, ਸੁਣੋ ਸਕਲ ਸੁਰ ਭੇਵ। ਇਸ ਲਈ ਉਸ ਪੂਰਨ ਪਰਮਾਤਮਾ ਯਾਨੀ ਪਰਮੇਸ਼ਵਰ ਦੀ ਭਗਤੀ ਕਰੋ ਜਿਸ ਨਾਲ ਪੂਰਨ ਮੁਕਤੀ ਹੋਵੇ। ਉਹ ਪਰਮਾਤਮਾ ਪੂਰਨ ਬ੍ਰਹਮ ਯਾਨੀ ਸਤਪੁਰਸ਼ ਯਾਨੀ ਸਤ ਕਬੀਰ ਹੈ। ਇਸ ਦਾ ਪ੍ਰਮਾਣ ਗੀਤਾ ਜੀ ਦੇ ਅਧਿਆਇ ਨੰਬਰ 18 ਦੇ ਸ਼ਲੋਕ ਨੰਬਰ 46 ਵਿੱਚ ਹੈ। यतः प्रवृत्ति पूतानाम येन सर्वमिदं ततम सवकर्मणा तंपयचरय सिद्धीम विंदति मानव। अनुवाद, जिस परमेश्वर तो संपूर्ण प्राणियां ਦੀ ਉਤਪत्ति ਹੋਈ ਹੈ ਅਤੇ ਜਿਸ ਤੋਂ ਇਹ ਸਾਰਾ ਸੰਸਾਰ ਵਿਆਪਕ ਹੈ, ਉਸ ਪਰਮੇਸ਼ਵਰ ਦੀ ਆਪਣੇ ਸੁਭਾਵਿਕ ਕਰਮਾਂ ਦੁਆਰਾ ਪੂਜਾ ਕਰਕੇ ਮਨੁੱਖ ਪਰਮਸਿੱਧੀ ਨੂੰ ਪ੍ਰਾਪਤ ਹੋ ਜਾਂਦਾ ਹੈ। ਗੀਤਾ ਜੀ ਦਾ ਅਧਿਆਇ ਨੰਬਰ 18 ਦਾ ਸ਼ਲੋਕ ਨੰਬਰ 62। ਤਮੇਵ ਸ਼ਰਣਮ ਗਛ ਸਰਵਪਾਵੇਨ ਭਾਰਤ तत्प्रसादात पराम शांतिम स्थानम प्रापस्यासे शाश्वतम। अनुवाद, हे ਭਾਰਤਵੰਸ਼ੋ 15 ਅਰਜੁਨ, ਤੂੰ ਸਰਵ ਭਾਵ ਨਾਲ ਉਸ ਈਸ਼ਵਰ ਦੀ ਹੀ ਸ਼ਰਨ ਵਿੱਚ ਚਲਾ ਜਾ। ਉਸ ਦੀ ਕਿਰਪਾ ਨਾਲ ਤੂੰ ਪਰਮਸ਼ਾਂਤੀ ਯਾਨੀ ਸੰਸਾਰ ਤੋਂ ਸਰਵਥਾ ਉਪਰਿਤ ਨੂੰ ਅਤੇ ਅਵਿਨਾਸ਼ੀ ਪਰਮਪਦ ਨੂੰ ਪ੍ਰਾਪਤ ਹੋ ਜਾਏਗਾ। ਸਰਵ ਭਾਵ ਦਾ ਅਰਥ ਹੈ ਕਿ ਕੋਈ ਹੋਰ ਪੂਜਾ ਨਾ ਕਰਕੇ ਮਨ ਕਰਮ ਬਚਨ ਤੋਂ ਇੱਕ ਪਰਮੇਸ਼ਵਰ ਵਿੱਚ ਆਸਥਾ ਰੱਖਣਾ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 311। अध्याय 8 श्लोक 22। पुरुषः स्पर पारथ भक्तया लभ्य सत्बनन्नयया यस्यानतः स्थानी पूतानी येन सर्वमिदम ततम। अनुवाद, हे पार्थनंदन अर्जुन, संपूर्ण प्राणी जिस दे अंतर्गत ਹਨ ਅਤੇ ਜਿਸ ਨਾਲ ਇਹ ਸੰਪੂਰਨ ਸੰਸਾਰ ਵਿਆਪਤ ਹੈ, ਉਹ ਪਰਮ ਪੁਰਸ਼ ਪਰਮਾਤਮਾ ਤਾਂ ਅਨੰਨਯ ਭਗਤੀ ਤੋਂ ਪ੍ਰਾਪਤ ਹੋਣ ਯੋਗ ਹੈ। ਅਨੰਨਯ ਭਗਤੀ ਦਾ ਤਾਤਪਰ ਯਾਨੀ ਮਤਲਬ ਹੈ ਇੱਕ ਪਰਮੇਸ਼ਵਰ ਯਾਨੀ ਪੂਰਨ ਬ੍ਰਹਮ ਦੀ ਭਗਤੀ ਕਰਨਾ। ਦੂਸਰੇ ਦੇਵੀ ਦੇਵਤਿਆਂ ਅਰਥਾਤ ਤਿੰਨੋਂ ਗੁਣਾ
यानी रजगुण ब्रह्मा, सतगुण विष्णु, तमगुण शिव दी नहीं। गीता जी दे अध्याय नंबर 15 सलोक नंबर 1 ਤੋਂ 4। गीता अध्याय नंबर 15 ਦਾ सलोक नंबर 1। ओरदव मूलम अध शाखम अश्वत्थम प्राहु अव्ययम छंदांसे यसय परणाने यह तम वेद सह वेदवित। अनुवाद, ਉੱਪਰ ਨੂੰ ਜੜ ਵਾਲਾ, ਨੀਚੇ ਨੂੰ ਸ਼ਾਖਾ ਵਾਲਾ, ਅਵਿਨਾਸ਼ੀ ਵਿਸਤ੍ਰਿਤ ਸੰਸਾਰ ਰੂਪੀ ਪਿੱਪਲ ਦਾ ਰੁੱਖ ਹੈ, ਜਿਸ ਦੇ ਛੋਟੇ-ਛੋਟੇ ਹਿੱਸੇ ਜਾਂ ਟਹਿਣੀਆਂ ਪੱਤੇ ਕਹੇ ਹਨ। ਉਸ ਸੰਸਾਰ ਰੂਪ ਰੁੱਖ ਨੂੰ ਜੋ ਇਸ ਪ੍ਰਕਾਰ ਜਾਣਦਾ ਹੈ, ਉਹ ਪੂਰਨ ਗਿਆਨੀ ਅਰਥਾਤ ਤਤਵਦਰਸ਼ੀ ਹੈ। ਗੀਤਾ ਅਧਿਆਇ ਨੰਬਰ 15 ਦਾ ਸਲੋਕ ਨੰਬਰ 2। ਅਦੇ ਚਾ ਉਰਦਵਰਮ ਪਰਸ਼ਰਤਾ ਤਸਯ ਸ਼ਾਖਾ ਗੁਣਾ ਪਰਵਰਦਾ ਵਿਸ਼ਯ ਪਰਵਾਲਾ ਅਦੇ ਚਾ ਮੂਲਾਨੇ ਅਨੁਸੰਤਾਨੇ ਕ੍ਰਮਾਨੁਬੰਧੀਨੇ ਮਨੁਸ਼ਯ ਲੋਕੇ। ਅਨੁਵਾਦ, ਉਸ ਰੁੱਖ ਦੀ ਨੀਚੇ ਅਤੇ ਉੱਪਰ ਤਿੰਨੋਂ ਗੁਣ ਬ੍ਰਹਮਾ ਰਜਗੁਣ, ਵਿਸ਼ਣੂ ਸਤਗੁਣ, ਸ਼ਿਵ ਤਮਗੁਣ ਰੂਪੀ ਫੈਲੀ ਹੋਈ ਵਿਕਾਰ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਕੋਪਲ ਡਾਲੀ ਬ੍ਰਹਮਾ ਵਿਸ਼ਣੂ ਸ਼ਿਵ ਹੀ ਜੀਵ ਨੂੰ ਕਰਮ ਵਿੱਚ ਬੰਨਣ ਦਾ ਵੀ ਜੜ ਅਰਥਾਤ ਮੁੱਖ ਕਾਰਨ ਹਨ ਅਤੇ ਮਨੁੱਖ ਲੋਕ, ਸਵਰਗ, ਨਰਕ ਲੋਕ, ਪ੍ਰਿਥਵੀ ਲੋਕ ਵਿੱਚ ਨੀਚੇ 84 ਲੱਖ ਜੂਨੀਆਂ ਵਿੱਚ ਉੱਪਰ ਵਿਵਸਥਿਤ ਕੀਤੇ ਹੋਏ ਹਨ। ਗੀਤਾ ਅਧਿਆਇ ਨੰਬਰ 15 ਦਾ ਸਲੋਕ ਨੰਬਰ 3। ਨਾ ਰੂਪਮ ਅਸਯ ਏ ਅਤੇ ਉਪਲਬਧਤੇ ਨਾ ਅੰਤః ਨਾ ਚਾ ਆਦਿ ਨਾ ਚਾ ਸੰਪ੍ਰਤਿਸ਼ਠਾ ਅਸ਼ਵੱਥਮ ਏਨਮ ਸੁਵਿਰੂੜ ਮੂਲਮ ਅਸੰਗਸ਼ਸਤ੍ਰੇਣ ਦਰਡੇਨ ਛਿਤਵਾ। ਅਨੁਵਾਦ, ਇਸ ਰਚਨਾ ਦਾ ਨਾ ਹੀ ਸ਼ੁਰੂਆਤ ਅਤੇ ਨਾ ਹੀ ਅੰਤ ਹੈ, ਨਾ ਹੀ ਵੈਸਾ ਸਵਰੂਪ ਪਾਇਆ ਜਾਂਦਾ ਹੈ ਅਤੇ ਇੱਥੇ ਵਿਚਾਰ ਕਾਲ ਵਿੱਚ ਅਰਥਾਤ ਮੇਰੇ ਦੁਆਰਾ ਦਿੱਤਾ ਜਾ ਰਿਹਾ ਗੀਤਾ ਗਿਆਨ ਵਿੱਚ ਪੂਰਨ ਜਾਣਕਾਰੀ ਮੈਨੂੰ ਵੀ ਨਹੀਂ ਹੈ, ਕਿਉਂਕਿ ਸਰਵ ਬ੍ਰਹਿਮੰਡਾਂ ਦੀ ਰਚਨਾ ਦੀ ਚੰਗੀ ਤਰ੍ਹਾਂ ਸਥਿਤੀ ਦਾ ਮੈਨੂੰ ਵੀ ਗਿਆਨ ਨਹੀਂ ਹੈ। ਇਸ ਅੱਛੀ ਤਰ੍ਹਾਂ ਸਥਿਤੀ ਵਾਲਾ ਮਜ਼ਬੂਤ ਸਵਰੂਪ ਵਾਲੇ ਨਿਰਲੇਪ ਤੱਤਵ ਗਿਆਨ ਰੂਪੀ ਦ੍ਰਿੜ ਸ਼ਾਸਤਰ ਅਰਥਾਤ ਨਿਰਮਲ ਤੱਤਵ ਗਿਆਨ ਦੇ ਦੁਆਰਾ ਕੱਟ ਕੇ ਅਰਥਾਤ ਨਿਰੰਜਨ ਦੀ ਭਗਤੀ ਨੂੰ ਛਣਿਕ ਜਾਣ ਕੇ ਗੀਤਾ ਅਧਿਆਇ ਨੰਬਰ 15 ਦਾ ਸਲੋਕ ਨੰਬਰ 4। ਤਤః ਪਦਮ ਤਤਪਰਿਮਾਗਰਿਤਵਯਮ ਯਸਿਮਨ ਗਤਾ ਨਾ ਨਿਵਤਰ ਨਤੀ ਪੁਯ ਤਮੇਵ ਚਾਦਮ ਪੁਰਸ਼ਮ ਪਰਪਦੇ ਯਤః ਪਰਤ੍ਰੀਤੀ ਪਰਸ਼ਰਤਾ ਪੁਰਾਣੀ। ਅਨੁਵਾਦ, ਉਸ ਦੇ ਬਾਅਦ ਉਸ ਪਰਮਪਦ ਪਰਮਾਤਮਾ ਦੀ ਖੋਜ ਕਰਨੀ ਚਾਹੀਦੀ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 312, ਜਿਸ ਨੂੰ ਪ੍ਰਾਪਤ ਹੋਏ ਮਨੁੱਖ ਫਿਰ ਪਰਤ ਕੇ ਸੰਸਾਰ ਵਿੱਚ ਨਹੀਂ ਆਉਂਦੇ ਅਤੇ ਜਿਸ ਤੋਂ ਅਨਾਦਿਕਾਲ ਤੋਂ ਚੱਲੀ ਆਉਣ ਵਾਲੀ ਸ੍ਰਿਸ਼ਟੀ ਵਿਸਤਾਰ ਨੂੰ ਪ੍ਰਾਪਤ ਹੋਈ ਹੈ। ਉਸ ਆਦਿ ਪੁਰਸ਼ ਪਰਮਾਤਮਾ ਦੇ ਹੀ ਮੈਂ ਸ਼ਰਨ ਵਿੱਚ ਹਾਂ। ਇਸ ਪ੍ਰਕਾਰ ਖੁਦ ਭਗਵਾਨ ਸ੍ਰੀ ਕ੍ਰਿਸ਼ਨ ਨੇ ਇੰਦਰ ਜੋ ਦੇਵੀ ਦੇਵਤਿਆਂ ਦਾ ਰਾਜਾ ਦੀ ਪੂਜਾ ਵੀ ਛੱਡਵਾ ਕੇ ਉਸ ਪਰਮਾਤਮਾ ਦੀ ਭਗਤੀ ਕਰਨ ਦੇ ਲਈ ਹੀ ਪ੍ਰੇਰਣਾ ਦਿੱਤੀ ਸੀ, ਜਿਸ ਕਾਰਨ ਉਹਨਾਂ ਨੇ ਗੋਵਰਤਨ ਪਰਬਤ ਨੂੰ ਚੁੱਕ ਕੇ ਇੰਦਰ ਦੇ ਗੁੱਸੇ ਤੋਂ ਬਿਰਜ ਵਾਸੀਆਂ ਦੀ ਰੱਖਿਆ ਕੀਤੀ ਸੀ। ਗਰੀਬ ਇੰਦਰ ਚੜਾ ਬਿਰਜ ਡੋਬਣ ਪੀਗਾ ਪੀਤ ਨਾ ਲੇਵ, ਇੰਦਰ ਕਢਾਈ ਹੋਤ ਜਗਤ ਮੈਂ ਪੂਜਾ ਖਾ ਗਏ ਦੇਵ। कबीर इस संसार को समझाऊ कै वार, ऊंच जो पकड़े पेड़ की उतरे चाहे पार। नंबर 5 गुरु आग्या दा पालन। गुरुदेव जी दी आग्या दे बिना घर विच किसी भी प्रकार दा धार्मिक अनुष्ठान नहीं करवाउणा है। जिवें बंदी चौड़ अपनी बाणी विच कहंदे हन कि गुरु बिन यग हवन जो कर ही मिथ्या जाए कभू ना फल ही। कबीर गुरु बिन माला फेरते गुरु बिन देते दान, गुरु बिन दोनों निष्फल है चाहे पूछो वेद पुराण। नंबर 6 माता मसाणी पूजा निषेध। अपने खेत विच बनी मड़ी जां किसे खेड़े आदि दी जां किसे होर देवता दी समाधि नहीं पूजनी है। समाध चाहे किसे दी भी होवे बिल्कुल नहीं पूजनी। होर कोई उपासना नहीं करनी है। इत्थों तक कि तीनों गुणा यानी ब्रह्मा विष्णु शिव दी पूजा भी नहीं करनी है। केवल गुरु जी दे दसे अनुसार ही करना है। गीता अध्याय नंबर 7 दा श्लोक नंबर 15। ना माम दुष्कृतिन मूडा परपदयन्ते नराधमा मायया अपहरत गयाना आसुरम पावम आश्रिता। अनुवाद माया द्वारा जिन्हां दा ज्ञान हरिया जा चुका है, अजिहे अशुर सुभाਅ ਨੂੰ ਧਾਰਨ ਕਰੇ ਹੋਏ ਮਨੁੱਖਾਂ ਵਿੱਚੋਂ ਨੀਚ ਬੁਰੇ ਕਰਮ ਕਰਨ ਵਾਲੇ ਮੂਰਖ ਮੇਰਾ ਭਜਨ ਨਹੀਂ ਕਰਦੇ। अर्थात वो तीनों गुणा यानी रजगुण ब्रह्मा सतगुण विष्णु तमगुण शिव दी साधना ही करते रहंदे हन। कबीर माई मसानी सेठ शीतला पैरव पूत हनुमंत, परमात्मा उनसे दूर है जो इनको पूजन। कबीर 100 वर्ष सतगुरु की सेवा एक दिन आणो पासी, वो अपराधी आत्मा पड़े काल की फांसी। गुरु को तजय पजय जो आना
ਤਾਂ ਪਸੂਆ ਕੋ ਫੋਕਟ ਗਿਆਨਾ। ਨੰਬਰ 7 ਸੰਕਟ ਮੋਚਨ ਕਬੀਰ ਸਾਹਿਬ ਹਨ। ਕਰਮ ਕਸ਼ਟ ਯਾਨੀ ਸੰਕਟ ਹੋਣ ਉੱਤੇ ਕੋਈ ਹੋਰ ਇਸ਼ਟ ਦੇਵਤਾ ਦੀ ਜਾਂ ਮਾਤਾ ਮਸਾਨੀ ਆਦਿ ਦੀ ਪੂਜਾ ਕਦੀ ਨਹੀਂ ਕਰਨੀ ਚਾਹੀਦੀ ਹੈ, ਨਾ ਕਿਸੇ ਪ੍ਰਕਾਰ ਦੀ ਪੁੱਛਣੀ ਹੈ। ਕੇਵਲ ਬੰਦੀ ਛੋੜ ਕਬੀਰ ਸਾਹਿਬ ਨੂੰ ਪੂਜਣਾ ਹੈ, ਜੋ ਸਭ ਦੁੱਖਾਂ ਨੂੰ ਹਾਰਨ ਵਾਲੇ ਸੰਕਟ ਮੋਚਨ ਹਨ। ਸਾਮਵੇਦ ਨੰਬਰ 822 ਉਤਾਚਰਿਕ ਅਧਿਆਇ 3 ਖੰਡ ਨੰਬਰ 5 ਸ਼ਲੋਕ ਨੰਬਰ 8। ਸੰਤ ਰਾਮਪਾਲ ਦਾਸ ਦੁਆਰਾ ਭਾਸ਼ਾ ਪਾਸ਼ੇ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 313। मनीषिप पवते पूर्वयः कविर नरीपीतः परे कोशाम अशिच्यदत त्रित्सय नाम जनयन्दु छर्निनद्रसय वायमु सखायाय वर्दयन। अनुवाद सनातन अर्थात अविनाशी कबीर परमेश्वर हिरदे तो चाहुण वाले शरदा भगती करन वाले भगत आत्मा नू तिन ਮੰਤਰ ਉਪਦੇਸ਼ ਦੇ ਕੇ ਜਨਮ ਤੇ ਮ੍ਰਿਤਯੂ ਤੋਂ ਰਹਿਤ ਕਰਦਾ ਹੈ ਤੇ ਉਸ ਦੇ ਪ੍ਰਾਣ ਅਰਥਾਤ ਜੀਵਨ ਸਵਾਨਸਾਨ ਨੂੰ ਜੋ ਸੰਸਕਾਰ ਵਸ਼ ਆਪਣੇ ਮਿੱਤਰਾਂ ਅਰਥਾਤ ਭਗਤ ਗਿਣਤੀ ਦੇ ਪਾਏ ਹੋਏ ਹੁੰਦੇ ਹਨ ਨੂੰ ਆਪਣੇ ਭੰਡਾਰੇ ਤੋਂ ਪੂਰਨ ਰੂਪ ਵਿੱਚ ਵਧਾਉਂਦਾ ਹੈ, ਜਿਸ ਕਾਰਨ ਕਰਕੇ ਪਰਮਾਤਮਾ ਦੇ ਵਾਸਤਵਿਕ ਆਨੰਦ ਨੂੰ ਆਪਣੇ ਆਸ਼ੀਰਵਾਦ ਪ੍ਰਸਾਦ ਨਾਲ ਪ੍ਰਾਪਤ ਕਰਵਾਉਂਦਾ ਹੈ। ਕਬੀਰ ਦੇਵੀ ਦੇਵ ਠਾਡੇ ਪਏ ਹਮਕੋ ਠੌਰ ਬਤਾਓ, जो मुझ कबीर को पूजे नहीं उनको लूटो खाओ। कबीर काल जो पीसे पीसना जोरा है पनिहार। ये दो असल मजूर है सतगुरु के दरबार। नंबर 8 अनलोड़ीदा दान निषेध। किते भी अते किसे नू दान रूप विच कुछ नहीं देना है, ना पैसे ना बिना सिलिया कपड़ा आदि कुछ नहीं देना है। जेकर कोई दान रूप विच कुछ समान मंगन आए ਤਾਂ ਉਸ ਨੂੰ ਖਾਣਾ ਖੁਵਾ ਦੇਵੋ, ਚਾਹ ਦੁੱਧ ਲੱਸੀ ਪਾਣੀ ਆਦਿ ਪਿਲਾ ਦੇਵੋ, ਪਰੰਤੂ ਦੇਣਾ ਕੁਝ ਵੀ ਨਹੀਂ ਹੈ। ਨਾ ਜਾਣੇ ਉਹ ਭਿਖਾਰੀ ਉਸ ਪੈਸੇ ਦਾ ਦੁਰਉਪਯੋਗ ਕਰੇ। ਜਿਵੇਂ ਇੱਕ ਵਿਅਕਤੀ ਨੇ ਕਿਸੇ ਭਿਖਾਰੀ ਨੂੰ ਉਸ ਦੀ ਝੂਠੀ ਕਹਾਣੀ, ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਮੇਰੇ ਬੱਚੇ ਬਿਨਾਂ ਇਲਾਜ ਦੇ ਤੜਪ ਰਹੇ ਹਨ, ਕੁਝ ਪੈਸੇ ਦੇਣ ਦੀ ਕਿਰਪਾ ਕਰੋ, ਨੂੰ ਸੁਣ ਕੇ ਭਾਵਨਾ ਵਸ ਹੋ ਕੇ 100 ਰੁਪਏ ਦੇ ਦਿੱਤੇ। ਉਹ ਭਿਖਾਰੀ ਪਹਿਲਾਂ ਪਊਆ ਸ਼ਰਾਬ ਪੀਂਦਾ ਸੀ। ਉਸ ਦਿਨ ਉਸ ਵਿਅਕਤੀ ਨੇ ਅੱਧੀ ਬੋਤਲ ਸ਼ਰਾਬ ਪੀਤੀ ਅਤੇ ਆਪਣੀ ਪਤਨੀ ਨੂੰ ਕੁੱਟ ਦਿੱਤਾ। ਉਸ ਦੀ ਪਤਨੀ ਨੇ ਬੱਚਿਆਂ ਸਹਿਤ ਆਤਮ ਹੱਤਿਆ ਕਰ ਲਈ। ਆਪ ਦੁਆਰਾ ਕੀਤਾ ਹੋਇਆ ਦਾਨ ਉਸ ਪਰਿਵਾਰ ਦੇ ਨਾਸ਼ ਦਾ ਕਾਰਨ ਬਣਿਆ। ਜੇਕਰ ਆਪ ਚਾਹੁੰਦੇ ਹੋ ਕਿ ਅਜਿਹੇ ਦੁਖੀ ਵਿਅਕਤੀ ਦੀ ਮਦਦ ਕਰੋ ਤਾਂ ਤਰ੍ਹਾਂ ਉਸ ਦੇ ਬੱਚਿਆਂ ਨੂੰ ਡਾਕਟਰ ਤੋਂ ਦਵਾਈ ਦਵਾ ਦੇਣ, ਪੈਸਾ ਨਾ ਦੇਣ। ਕਬੀਰ ਗੁਰੂ ਬਿਨ ਮਾਲਾ ਫੇਰਤੇ ਗੁਰੂ ਬਿਨ ਦੇਤੇ ਦਾਨ। गुरु बिन दोनों निष्फल है पूछो वेद पुराण। नंबर 9 झूठा खाना निषेध। अजिहे व्यक्ति दा झूठा नहीं खाना जो शराब मांस तंबाकू अंडा बीयर अफीम गांजा आदि दा सेवन करदा होवे। नंबर 10 सतलोक गमन यानी देहांत दे बाद क्रियाकर्म निषेध। जेकर परिवार विच किसे दी मौत हो जाती है, चिता विच अग्नि कोई भी दे सकता है। घर दा जां होर अते अग्नि प्रज्वलित करदे समय मंगलाचरण बोल दिओ ਤਾਂ ਉਸ ਦੇ ਫੁੱਲ ਆਦਿ ਕੁਝ ਨਹੀਂ ਉਠਾਉਣੇ ਹਨ। ਜੇਕਰ ਉਸ ਸਥਾਨ ਨੂੰ ਸਾਫ਼ ਕਰਨਾ ਜ਼ਰੂਰੀ ਹੈ ਤਾਂ ਉਹਨਾਂ ਅਸਥੀਆਂ ਨੂੰ ਚੁੱਕੇ ਕੇ ਖੁਦ ਹੀ ਕਿਸੇ ਸਥਾਨ ਉੱਤੇ ਚੱਲਦੇ ਪਾਣੀ ਵਿੱਚ ਵਹਾ ਦਿਓ। ਉਸ ਸਮੇਂ ਮੰਗਲਾਚਰਨ ਉਚਾਰਨ ਕਰ ਦਿਓ। ਨਾ ਪਿੰਡ ਆਦਿ ਪਰਵਾਉਣੇ ਹਨ, ਨਾ ਤੇਰਵੀ ਛਮਾਹੀ ਬਰਸੋਦੀ ਪਿੰਡ ਵੀ ਨਹੀਂ ਪਰਵਾਉਣੇ ਹਨ ਅਤੇ ਸ਼ਰਾਧ ਆਦਿ ਕੁਝ ਨਹੀਂ ਕਰਨਾ ਹੈ। ਕਿਸੇ ਵੀ ਹੋਰ ਵਿਅਕਤੀ ਤੋਂ ਹਵਨ ਆਦਿ ਨਹੀਂ ਕਰਵਾਉਣਾ ਹੈ। ਸੰਬੰਧੀ ਤੇ ਰਿਸ਼ਤੇਦਾਰਾਂ ਆਦਿ ਜੋ ਸ਼ੋਕ ਵਿਅਕਤ ਕਰਨ ਆਏ, ਉਹਨਾਂ ਦੇ ਲਈ ਕੋਈ ਵੀ ਇੱਕ ਦਿਨ ਨਿਯੁਕਤ ਕਰੋ। ਉਸ ਦਿਨ ਪ੍ਰਤੀ ਦਿਨ ਕਰਨ ਵਾਲਾ ਨਿਤ ਨਿਯਮ ਕਰੋ। ਜੋਤੀ ਜਾਗਰਿਤ ਕਰੋ, ਫਿਰ ਸਾਰਿਆਂ ਨੂੰ ਖਾਣਾ ਖਿਲਾਓ। ਜੇਕਰ ਆਪਣੇ ਉਸ ਦੇ ਮਰਨ ਵਾਲੇ ਦੇ ਨਾਮ ਉੱਤੇ ਕੁਝ ਧਰਮ ਕਰਨਾ ਹੈ ਤਾਂ ਆਪਣੇ ਗੁਰੂਦੇਵ ਜੀ ਦੀ ਆਗਿਆ ਲੈ ਕੇ ਬੰਦੀ ਛੋੜ ਗਰੀਬਦਾਸ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਅਖੰਡ ਪਾਠ ਕਰਵਾਉਣਾ ਚਾਹੀਦਾ ਹੈ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 314। जेकर पाठ करन दी आग्या ना मिले ਤਾਂ परिवार दे उपदेशी भगत 4 दिन ਜਾਂ 7 दिन घर विच एक अखंड जोत की दी जलाओ ਅਤੇ ब्रह्म गायत्री मंत्र प्रति दिन 4 ਵਾਰ ਅਤੇ 3 ਜਾਂ 1 ਵਾਰ ਦੇ ਮੰਤਰ ਦਾ ਦਾਨ ਸੰਕਲਪ ਸਤਲੋਕ ਵਾਸੀ ਨੂੰ ਕਰੋ। जैसा उचित समझो 1 2 3 तक मंत्र दे जाप दा फल उसनू दान करो। प्रतिदिन दी तरह ज्योति अते आरती नाम सिमरन करदे रहना है। ਇਹ याद रखते हुए कि कबीर साथी हमारे चले गए हम भी चालन हार, कोई कागज में बाकी रह रही ताते लाग रही है वार।
कबीर देह पड़ी तो क्या हुआ, झूठा सभी पटीट, पंछी उड़ता आकाश को चलता कर गया बीट। करम कांड दे वशे वदिच सत कथा, मेरे यानी संत रामपाल दास दे पूजे गुरुदेव स्वामी रामदेवानंद जी महाराज ਨੂੰ 16 ਸਾਲ ਦੀ ਉਮਰ ਵਿੱਚ ਕਿਸੇ ਮਹਾਤਮਾ ਦੇ ਸਤਸੰਗ ਸੁਣਨ ਨਾਲ ਵੈਰਾਗ ਹੋ ਗਿਆ ਸੀ। ਇੱਕ ਦਿਨ ਉਹ ਖੇਤਾਂ ਵਿੱਚ ਗਏ ਹੋਏ ਸਨ। ਕੋਲ ਹੀ ਵਣ ਸੀ। ਉਹ ਵਣ ਵਿੱਚ ਜਾ ਕੇ ਕਿਸੇ ਮ੍ਰਿਤ ਜਾਨਵਰ ਦੀ ਹੱਡੀਆਂ ਦੇ ਕੋਲ ਆਪਣੇ ਕੱਪੜੇ ਫਾੜ ਕੇ ਸੁੱਟ ਜਾਂਦੇ ਹਨ ਅਤੇ ਖੁਦ ਮਹਾਤਮਾ ਜੀ ਦੇ ਨਾਲ ਚਲੇ ਜਾਂਦੇ ਹਨ। ਜਦੋਂ ਉਹਨਾਂ ਦੀ ਖੋਜ ਹੋਈ ਤਾਂ ਉਹਨਾਂ ਦੇ ਘਰ ਵਾਲਿਆਂ ਨੇ ਦੇਖਿਆ ਕਿ ਵਣ ਵਿੱਚ ਹੱਡੀਆਂ ਦੇ ਕੋਲ ਫਟੇ ਹੋਏ ਕੱਪੜੇ ਪਏ ਹਨ। ਤਾਂ ਉਹਨਾਂ ਨੇ ਸੋਚਿਆ ਕਿ ਕਿਸੇ ਜੰਗਲੀ ਜਾਨਵਰ ਨੇ ਉਹਨਾਂ ਨੂੰ ਖਾ ਲਿਆ ਹੈ। ਉਹਨਾਂ ਦੇ ਕੱਪੜਿਆਂ ਤੇ ਹੱਡੀਆਂ ਨੂੰ ਚੁੱਕ ਕੇ ਘਰ ਲਿਆਂਦਾ ਅਤੇ ਅੰਤਿਮ ਸੰਸਕਾਰ ਕਰ ਦਿੰਦੇ ਹਨ। ਉਸ ਦੇ ਬਾਅਦ 13ਵੀਂ ਅਤੇ ਛਮਾਹੀ ਕਰਦੇ ਹਨ ਅਤੇ ਫਿਰ ਸ਼ਰਾਧ ਸ਼ੁਰੂ ਹੋ ਜਾਂਦੇ ਹਨ। ਜਦੋਂ ਮੇਰੇ ਪੂਜੇ ਗੁਰੂਦੇਵ ਬਹੁਤ ਵਿਰਧ ਹੋ ਗਏ ਤਾਂ ਉਹ ਇੱਕ ਵਾਰ ਘਰ ਲੈ ਗਏ। ਉਦੋਂ ਉਹਨਾਂ ਘਰ ਵਾਲਿਆਂ ਨੂੰ ਇਹ ਪਤਾ ਚੱਲਿਆ ਕਿ ਉਹ ਵਿਅਕਤੀ ਜੀਵਤ ਹਨ ਅਤੇ ਘਰ ਛੱਡ ਕੇ ਚਲੇ ਗਏ ਸਨ। ਉਹਨਾਂ ਨੇ ਦੱਸਿਆ ਕਿ ਜਦੋਂ ਇਹ ਘਰ ਛੱਡ ਕੇ ਚਲੇ ਗਏ ਸਨ ਤਾਂ ਉਹਨਾਂ ਦੀ ਖੋਜ ਹੋਈ। ਵਣ ਵਿੱਚ ਕੱਪੜੇ ਮਿਲੇ, ਉਹਨਾਂ ਦੇ ਕੋਲ ਕੁਝ ਹੱਡੀਆਂ ਪਈਆਂ ਸੀ। ਤਾਂ ਅਸੀਂ ਸੋਚਿਆ ਕਿ ਕਿਸੇ ਜੰਗਲੀ ਜਾਨਵਰ ਨੇ ਇਹਨਾਂ ਨੂੰ ਖਾ ਲਿਆ ਹੈ ਅਤੇ ਉਹਨਾਂ ਦੇ ਕੱਪੜਿਆਂ ਤੇ ਹੱਡੀਆਂ ਨੂੰ ਘਰ ਲਿਆ ਕੇ ਅੰਤਿਮ ਸੰਸਕਾਰ ਕਰ ਦਿੱਤਾ। ਫਿਰ ਮੈਂ ਯਾਨੀ ਸੰਤ ਰਾਮਪਾਲ ਦਾਸ ਨੇ ਮੇਰੇ ਪੂਜੇ ਗੁਰੂਦੇਵ ਦੇ ਛੋਟੇ ਭਾਈ ਦੀ ਪਤਨੀ ਨੂੰ ਪੁੱਛਿਆ ਕਿ ਜਦੋਂ ਸਾਡੇ ਪੂਜੇ ਗੁਰੂਦੇਵ ਘਰ ਛੱਡ ਕੇ ਚਲੇ ਗਏ ਸਨ ਤਾਂ ਆਪ ਬਾਅਦ ਵਿੱਚ ਕੀ ਕੀਤਾ। ਉਸਨੇ ਦੱਸਿਆ ਕਿ ਜਦੋਂ ਮੈਂ ਵਿਆਹੀ ਆਈ ਸੀ ਤਾਂ ਉਸ ਸਮੇਂ ਇਹਨਾਂ ਦੇ ਸ਼ਰਾਧ ਕੱਢੇ ਜਾਂਦੇ ਸਨ। ਮੈਂ ਆਪਣੇ ਹੱਥਾਂ ਨਾਲ ਇਹਨਾਂ ਦੇ ਲਗਭਗ 70 ਸ਼ਰਾਧ ਕੱਢ ਚੁੱਕੀ ਹਾਂ। ਉਸਨੇ ਦੱਸਿਆ ਕਿ ਜਦੋਂ ਘਰ ਵਿੱਚ ਕੋਈ ਨੁਕਸਾਨ ਹੋ ਜਾਂਦਾ ਤਾਂ ਜਿਵੇਂ ਕਿ ਮੱਝ ਦਾ ਦੁੱਧ ਨਾ ਦੇਣਾ, ਥਣ ਵਿੱਚ ਖਰਾਬੀ ਆ ਜਾਣਾ, ਕੋਈ ਹੋਰ ਨੁਕਸਾਨ ਹੋ ਜਾਣਾ ਆਦਿ, ਤਾਂ ਅਸੀਂ ਸਿਆਣਿਆਂ ਦੇ ਕੋਲ ਬੂਝਣ ਦੇ ਲਈ ਜਾਂਦੇ ਸਨ। ਤਾਂ ਉਹ ਕਹਿੰਦੇ ਸਨ ਕਿ ਆਪ ਦੇ ਘਰ ਵਿੱਚ ਕੋਈ ਨਿਰਸੰਤਾਨ ਯਾਨੀ ਅਨਮੈਰਿਡ ਮਰਿਆ ਹੋਇਆ ਆਪ ਨੂੰ ਉਹ ਦੁਖੀ ਕਰ ਰਿਹਾ ਹੈ। ਫਿਰ ਅਸੀਂ ਉਹਨਾਂ ਦੇ ਕਹਿਣ ਤੇ ਕੱਪੜੇ ਆਦਿ ਦਿੰਦੇ ਹਾਂ। ਉਦੋਂ ਮੈਂ ਕਿਹਾ ਕਿ ਇਹ ਤਾਂ ਦੁਨੀਆ ਦਾ ਉਦਾਰ ਕਰ ਰਹੇ ਹਨ, ਉਹ ਕਿਸ ਨੂੰ ਦੁੱਖ ਦੇ ਸਕਦੇ ਸਨ, ਇਹ ਤਾਂ ਹੁਣ ਸੁਖ ਦਾਤਾ ਹਨ। ਫਿਰ ਮੈਂ ਯਾਨੀ ਸੰਤ ਰਾਮਪਾਲ ਜੀ ਮਹਾਰਾਜ ਨੇ ਉਸ ਵਿਰਧ ਨੂੰ ਕਿਹਾ ਕਿ ਹੁਣ ਤਾਂ ਆਪ ਦੇ ਸਾਹਮਣੇ ਹਨ, ਇਹ ਹੁਣ ਤਾਂ ਇਹ ਬੇਅਰਥ ਦੀ ਸਾਧਨਾ ਜਿਵੇਂ ਸ਼ਰਾਧ ਕੱਢਣੇ ਬੰਦ ਕਰ ਦੇਵੋ। ਉਦੋਂ ਉਸਨੇ ਕਿਹਾ ਕਿ ਇਹ ਤਾਂ ਪੁਰਾਣੀ ਰਿਵਾਜ ਹੈ, ਇਹ ਕਿਵੇਂ ਛੱਡ ਦੇਵਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 315। ਅਰਥਾਤ ਅਸੀਂ ਆਪਣੀ ਪੁਰਾਣੀ ਰਿਵਾਜਾਂ ਵਿੱਚ ਇੰਨੇ ਲੀਨ ਹੋ ਚੁੱਕੇ ਹਾਂ ਕਿ ਪ੍ਰਤੱਖ ਪ੍ਰਮਾਣ ਹੋਣ ਉੱਤੇ ਕਿ ਉਹ ਗਲਤ ਕਰ ਰਹੇ ਹਨ ਛੱਡ ਨਹੀਂ ਸਕਦੇ। ਇਸ ਵਿੱਚ ਪ੍ਰਮਾਣਿਤ ਹੁੰਦਾ ਹੈ ਕਿ ਸ਼ਰਾਧ ਕੱਢਣਾ, ਪਿੱਤਰ ਪੂਜਾ ਕਰਨਾ ਆਦਿ ਸਭ ਵਿਅਰਥ ਹਨ। ਨੰਬਰ 11 ਬੱਚੇ ਦੇ ਜਨਮ ਉੱਤੇ ਸ਼ਾਸਤਰ ਵਿਰੁੱਧ ਪੂਜਾ ਨਿਸ਼ੇਧ। ਬੱਚੇ ਦੇ ਜਨਮ ਉੱਤੇ ਛਟੀ ਆਦਿ ਨਹੀਂ ਮਨਾਉਣੀ ਹੈ। ਸੁਤਕ ਦੇ ਕਾਰਨ ਪ੍ਰਤੀਦਿਨ ਦੀ ਤਰ੍ਹਾਂ ਕਰਨ ਵਾਲੀ ਪੂਜਾ, ਭਗਤੀ, ਆਰਤੀ, ਜੋਤੀ ਜਗਾਉਣਾ ਆਦਿ ਬੰਦ ਨਹੀਂ ਕਰਨੀ ਹੈ। ਇਸ ਹੀ ਸੰਦਰਭ ਵਿੱਚ ਇੱਕ ਸੰਖੇਪ ਵਿੱਚ ਕਥਾ ਦੱਸਦਾ ਹਾਂ ਕਿ ਇੱਕ ਵਿਅਕਤੀ ਦੀ ਸ਼ਾਦੀ ਦੇ 10 ਸਾਲ ਪਿੱਛੋਂ ਪੁੱਤਰ ਹੋਇਆ ਸੀ। ਪੁੱਤਰ ਦੀ ਖੁਸ਼ੀ ਵਿੱਚ ਉਸਨੇ ਬਹੁਤ ਖੁਸ਼ੀ ਮਨਾਈ। 20-25 ਪਿੰਡਾਂ ਨੂੰ ਭੋਜਨ ਦੇ ਲਈ ਆਮੰਤਰਿਤ ਕੀਤਾ ਅਤੇ ਹੋਰ ਬਹੁਤ ਹੀ ਗਾਉਣਾ ਵਜਾਉਣਾ ਹੋਇਆ, ਅਰਥਾਤ ਕਾਫੀ ਪੈਸਾ ਖਰਚ ਕੀਤਾ। ਫਿਰ 1 ਸਾਲ ਦੇ ਬਾਅਦ ਉਸ ਪੁੱਤਰ ਦਾ ਦੇਹਾਂਤ ਹੋ ਜਾਂਦਾ ਹੈ। ਫਿਰ ਉਹੀ ਪਰਿਵਾਰ ਟੱਕਰ ਮਾਰ ਕੇ ਰੋਂਦਾ ਹੈ ਅਤੇ ਆਪਣੇ ਦੁਰਭਾਗ ਨੂੰ ਕੋਸਦਾ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਹਨ ਕਿ ਕਬੀਰ ਬੇਟਾ ਜਾਇਆ ਖੁਸ਼ੀ ਹੋਈ ਬਹੁਤ ਬਜਾਏ ਥਾਲ, ਆਣਾ ਜਾਣਾ ਲੱਗ ਰਹਾ ਜਿਉ ਚੀਟੀ ਕਾ ਨਾਲ। कबीर पतझड़ आवत देख के बन रोवे मन मान ही, ऊंची टिणी पात थे अब पीले हो जाही। कबीर पात चढ़नता यूं कहे सुन पई तरवर राय, अब के विछड़े नहीं मिले ना जाने कहा गिरेगे जाए। कबीर तरवर कहता पात से सुनो पात एक बात, यहाँ की यही रीति है एक आवे एक जात। नंबर 12 देई धाम उत्ते बाल उतरवाउण जाना निषेध। बच्चे दे किस देई धाम उत्ते वाल उतरवाउण नहीं जाना है। ਜਦੋਂ ਦੇਖੋ ਵਾਲ ਵੱਡੇ ਹੋ ਗਏ ਕਟਵਾ ਕੇ ਸੁੱਟ ਦਿਓ। ਇੱਕ ਮੰਦਰ ਵਿੱਚ ਦੇਖਿਆ ਕਿ ਸ਼ਰਧਾਲੂ ਭਗਤ ਆਪਣੇ ਲੜਕੇ ਜਾਂ ਲੜਕੀਆਂ ਦੇ ਵਾਲ ਉਤਾਰਨ ਆਏ। ਉੱਥੇ ਉਪਸਥਿਤ ਨਾਈ ਨੇ ਬਾਹਰ ਦੇ ਰੇਟ ਤੋਂ 3 ਗੁਣਾ ਪੈਸੇ ਲੈ ਦੇ ਅਤੇ ਇੱਕ ਕੈਂਚੀ ਪਰ ਵਾਲ ਕੱਟ ਕੇ ਮਾਤਾ ਪਿਤਾ ਨੂੰ ਦੇ ਦਿੱਤੇ। ਉਹਨਾਂ ਨੇ ਸ਼ਰਧਾ ਨਾਲ ਮੰਦਰ ਵਿੱਚ ਚੜਾ ਦਿੱਤੇ। ਪੁਜਾਰੀ ਨੇ ਇੱਕ ਥੈਲੇ ਵਿੱਚ ਪਾ ਲਏ
ਰਾਤ ਨੂੰ ਉੱਠ ਕੇ ਦੂਰ ਏਕਾਂਤ ਸਥਾਨ ਉੱਤੇ ਸੁੱਟ ਦਿੱਤੇ। ਇਹ ਕੇਵਲ ਨਾਟਕਬਾਜ਼ੀ ਹੈ। ਕਿਉਂ ਨਾ ਪਹਿਲਾਂ ਦੀ ਤਰ੍ਹਾਂ ਸੁਭਾਵਿਕ ਤਰੀਕੇ ਨਾਲ ਵਾਲ ਉਤਰਵਾਉਂਦੇ ਰਹੀਏ ਅਤੇ ਬਾਹਰ ਪਾ ਦਈਏ। ਪਰਮਾਤਮਾ ਨਾਮ ਤੋਂ ਪ੍ਰਸੰਨ ਹੁੰਦਾ ਹੈ, ਪਾਖੰਡ ਤੋਂ ਨਹੀਂ। ਨੰਬਰ 13, ਨਾਮ ਜਾਪ ਨਾਲ ਸੁਖ। ਨਾਮ ਯਾਨੀ ਉਪਦੇਸ਼ ਨੂੰ ਕੇਵਲ ਦੁੱਖ ਨਿਵਾਰਨ ਦੀ ਦ੍ਰਿਸ਼ਟੀਕੋਣ ਨਾਲ ਨਹੀਂ ਲੈਣਾ ਚਾਹੀਦਾ, ਬਲਕਿ ਆਤਮ ਕਲਿਆਣ ਦੇ ਲਈ ਲੈਣਾ ਚਾਹੀਦਾ ਹੈ। ਫਿਰ ਸਿਮਰਨ ਨਾਲ ਸਰਵ ਸੁੱਖ ਆਪਣੇ ਆਪ ਹੀ ਆ ਜਾਂਦੇ ਹਨ। ਕਬੀਰ ਸਿਮਰਨ ਸੇ ਸੁਖ ਹੋਤ ਹੈ, ਸੁਮਰਨ ਸੇ ਦੁੱਖ ਜਾਏ। ਕਹੇ ਕਬੀਰ ਸੁਮਰਨ ਕੀਏ, ਸਾਈ ਮਾਹੀ ਸਮਾਏ। ਨੰਬਰ 14, ਵਿਅਭਿਚਾਰ ਨਿਸ਼ੇਧ। ਪਰਾਈ ਇਸਤਰੀ ਨੂੰ ਮਾਂ, ਬੇਟੀ, ਭੈਣ ਦੀ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ ਹੈ। ਵਿਅਭਿਚਾਰ ਮਹਾਪਾਪ ਹੈ, ਜਿਵੇਂ ਗਰੀਬ ਪਰ ਦੁਆਰਾ ਇਸਤਰੀ ਕਾ ਖੋਲੇ, 70 ਜਨਮ ਅੰਧਾ ਹੋ ਡੋਲੇ। ਸੂਰਾਪਾਨ ਮਦ ਮਾਸਾਹਾਰੀ, ਗਵਨ करे ਭੋਗੇ ਪਰ ਨਾਰੀ, 70 ਜਨਮ ਕਟਤ ਹੈ ਸ਼ੀਸ਼ਮ। ਸਾक्षी साहिब है जगदीशम, पर नारी ना परसियो, मानो बचन हमार। पवन चतुर्दश तास सिर, त्रिलोकी का पार, पर नारी ना परसियो, सुनो शब्द सलतंत। धर्म राय के खंभ से, अरदमुखी लटकंत। नंबर 15, निंदा सुनना ते करना निषेध। अपने गुरु दी निंदा भुल के भी नहीं करनी अते ना ही सुननी है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 316। सुनन दा भाव ਇਹ ਹੈ ਕਿ ਜੇਕਰ ਕੋਈ ਤੁਹਾਡੇ ਗੁਰੂ ਜੀ ਦੇ ਬਾਰੇ ਮਿੱਥਿਆ ਗੱਲਾਂ ਕਰੇ ਤਾਂ ਉਸ ਨਾਲ ਲੜਨਾ ਨਹੀਂ ਹੈ, ਬਲਕਿ ਇਹ ਸਮਝਾਉਣਾ ਚਾਹੀਦਾ ਹੈ ਕਿ ਇਹ ਬਿਨਾਂ ਸੋਚੇ ਬੋਲ ਰਿਹਾ ਹੈ, ਅਰਥਾਤ ਝੂਠ ਬੋਲ ਰਿਹਾ ਹੈ। ਗੁਰੂ ਕੀ ਨਿੰਦਾ ਸੁਣੇ ਜੋ ਕਾਨਾ, ਤਾਕੋ ਨਿਸ਼ਚੈ ਨਰਕ ਨਿਦਾਨਾ। ਆਪਣੇ ਮੁਖ ਨਿੰਦਾ ਜੋ ਕਰਹੀ, ਸ਼ੁਕਰ ਸੁਵਾਨ ਗਰਭ ਮੈਂ ਪਰਹੀ। ਨਿੰਦਾ ਤਾਂ ਕਿਸੇ ਦੀ ਵੀ ਨਹੀਂ ਕਰਨੀ ਹੈ ਅਤੇ ਨਾ ਹੀ ਸੁਣਨੀ ਹੈ, ਚਾਹੇ ਆਮ ਵਿਅਕਤੀ ਕਿਉਂ ਨਾ ਹੋਵੇ। ਕਬੀਰ ਸਾਹਿਬ ਕਹਿੰਦੇ ਹਨ ਕਿ ਤਿਨਕਾ ਕਭੂ ਨਾ ਨਿੰਦੀਏ ਜੋ ਪਾਵ ਤਲੇ ਹੋ, ਕਭੂ ਉਠਾਖਿਨ ਪੜੇ ਪੀਰ ਕਨੇਰੀ ਹੋ। ਨੰਬਰ 16, ਗੁਰੂ ਦਰਸ਼ ਦੀ ਮਹਿਮਾ। ਸਤਸੰਗ ਵਿੱਚ ਸਮੇਂ ਮਿਲਦੇ ਹੀ ਆਉਣ ਦੀ ਕੋਸ਼ਿਸ਼ ਕਰੋ ਅਤੇ ਸਤਸੰਗ ਵਿੱਚ ਨਖਰੇ ਯਾਨੀ ਮਾਣ ਵਡਿਆਈ ਕਰਨ ਨਹੀਂ ਆਉਣਾ, ਸਗੋਂ ਆਪਣੇ ਆਪ ਨੂੰ ਬਿਮਾਰ ਸਮਝ ਕੇ ਆਵੋ। ਜਿਵੇਂ ਕਿ ਇੱਕ ਬਿਮਾਰ ਵਿਅਕਤੀ ਚਾਹੇ ਕਿੰਨੇ ਹੀ ਪੈਸੇ ਵਾਲਾ ਹੋਵੇ, ਚਾਹੇ ਉੱਚ ਪਦਵੀ ਵਾਲਾ ਹੋਵੇ, ਜਦੋਂ ਉਹ ਹਸਪਤਾਲ ਜਾਂਦਾ ਹੈ ਤਾਂ ਉਸ ਸਮੇਂ ਉਸ ਦਾ ਉਦੇਸ਼ ਸਿਰਫ ਰੋਗ ਮੁਕਤ ਹੋਣਾ ਹੁੰਦਾ ਹੈ। ਜਿੱਥੇ ਡਾਕਟਰ ਲੇਟਣ ਨੂੰ ਕਹੇ ਲੇਟ ਜਾਂਦਾ ਹੈ, ਬੈਠਣ ਲਈ ਕਹੇ ਬੈਠ ਜਾਂਦਾ ਹੈ, ਬਾਹਰ ਜਾਣ ਦਾ ਨਿਰਦੇਸ਼ ਮਿਲੇ ਤਾਂ ਬਾਹਰ ਚਲਾ ਜਾਂਦਾ ਹੈ, ਫਿਰ ਅੰਦਰ ਆਉਣ ਦੀ ਆਵਾਜ਼ ਆਵੇ ਤਾਂ ਚੁੱਪ ਕਰਕੇ ਅੰਦਰ ਆ ਜਾਂਦਾ ਹੈ। ਠੀਕ ਇਸ ਹੀ ਪ੍ਰਕਾਰ ਜੇਕਰ ਆਪ ਸਤਸੰਗ ਵਿੱਚ ਆਉਂਦੇ ਹੋ ਤਾਂ ਆਪ ਨੂੰ ਸਤਸੰਗ ਵਿੱਚ ਜਿੱਥੇ ਬੈਠਣ ਨੂੰ ਮਿਲ ਜਾਏ ਬੈਠ ਜਾਓ, ਜੋ ਖਾਣ ਨੂੰ ਮਿਲ ਜਾਏ ਉਸ ਪਰਮਾਤਮਾ ਕਬੀਰ ਸਾਹਿਬ ਦੀ ਰਜਾ ਨਾਲ ਪ੍ਰਸਾਦ ਸਮਝ ਕੇ ਖਾ ਕੇ ਪ੍ਰਸੰਨ ਚਿੱਤ ਰਹੋ। कबीर संत मिलन को चालिए तज माया अभिमान, जो जो कदम आगे रखे वो ही यज्ञ समान। कबीर संत मिलन को जाइए दिन मैं कई वार, आसोज के मेह ज्यो कना करे उपकार। कबीर दर्शन साधु का परमात्मा आवे याद, लेखे मैं वोहे घड़ी बाकी के दिन बाद। कबीर दर्शन साधु का मुख पर वसै सुहाग, दर्श उन्हीं को होत है जिनके पूर्ण भाग। नंबर 17, गुरु महिमा। ਜੇਕਰ ਕਿਤੇ ਪਾਠ ਜਾਂ ਸਤਸੰਗ ਚੱਲ ਰਿਹਾ ਹੋਵੇ ਜਾਂ ਵੈਸੇ ਗੁਰੂ ਜੀ ਦੇ ਦਰਸ਼ਨ ਆਰਥ ਜਾਂਦੇ ਹੋ ਤਾਂ ਸਰਵ ਪ੍ਰਥਮ ਗੁਰੂ ਜੀ ਨੂੰ ਦੰਡਵਤ ਲੰਬਾ ਲੇਟ ਕੇ ਪ੍ਰਣਾਮ ਕਰਨਾ ਚਾਹੀਦਾ ਹੈ। ਬਾਅਦ ਵਿੱਚ ਸਤ ਗ੍ਰੰਥ ਸਾਹਿਬ ਅਤੇ ਤਸਵੀਰਾਂ ਜਿਵੇਂ ਸਾਹਿਬ ਕਬੀਰ ਜੀ ਦੀ ਮੂਰਤੀ, ਗਰੀਬਦਾਸ ਜੀ ਦੀ ਅਤੇ ਸਵਾਮੀ ਰਾਮਦੇਵਾਨੰਦ ਜੀ ਅਤੇ ਗੁਰੂ ਜੀ ਦੀ ਮੂਰਤੀ ਨੂੰ ਪ੍ਰਣਾਮ ਕਰੋ, ਜਿਸ ਨਾਲ ਸਿਰਫ ਭਾਵਨਾ ਬਣੀ ਰਹੇਗੀ। ਮੂਰਤੀ ਪੂਜਾ ਨਹੀਂ ਕਰਨੀ ਹੈ, ਕੇਵਲ ਪ੍ਰਣਾਮ ਕਰਨਾ ਪੂਜਾ ਵਿੱਚ ਨਹੀਂ ਆਉਦਾ। ਇਹ ਤਾਂ ਭਗਤ ਦੀ ਸ਼ਰਧਾ ਨੂੰ ਬਣਾਏ ਰੱਖਣ ਵਿੱਚ ਸਹਿਯੋਗ ਦਿੰਦਾ ਹੈ। ਪੂਜਾ ਤਾਂ ਵਕਤ ਗੁਰੂ ਅਤੇ ਨਾਮ ਮੰਤਰ ਦੀ ਕਰਨੀ ਹੈ, ਜੋ ਪਾਰ ਲਗਾਏਗਾ। ਕਬੀਰ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਨੇ ਜਿਨ ਗੋਬਿੰਦ ਦੀਏ ਮਿਲਾਏ। ਕਬੀਰ ਗੁਰੂ ਵੱਡੇ ਗੋਬਿੰਦ ਸੇ ਮਨ ਮੈਂ ਦੇਖ ਵਿਚਾਰ, ਹਰ ਸੁਮਰੇ ਸੋ ਰਹੇ ਗਏ ਗੁਰੂ ਭਜੇ ਹੋਏ ਪਾਰ। ਕਬੀਰ ਹਰ ਕੇ रूठत्या गुरु की शरण मैं जाए, कबीर गुरु जे रूठ जा हर नहीं होत सहाय। कबीर सात समुंदर की मसी करूं लेखनी करूं बणराए, धरती का कागज करूं तो गुरु गुण लिखा ना जाए। नंबर 18, मांस खाना निषेध। अंडा ते मांस खाना ते जीव हिंसा नहीं करनी है, ਇਹ ਮਹਾਨ ਪਾਪ ਹੁੰਦਾ ਹੈ, ਜਿਵੇਂ ਸਾਹਿਬ ਕਬੀਰ ਜੀ ਮਹਾਰਾਜ ਅਤੇ ਗਰੀਬਦਾਸ ਜੀ ਮਹਾਰਾਜ ਨੇ ਦੱਸਿਆ ਹੈ।